ਅਸੀਂ ਤਕਰੀਬਨ 10 दिन लगातार हड़ताल ਤੇ ਗਏ ਤਾਂ ਸਾਨੂੰ ਪੰਜਾਬ ਸਰਕਾਰ ਵੱਲੋਂ ਫਿਰ ਸਾਡੇ ਜਿਹੜੇ ਸਟੇਟ ਲੀਡਰ ਸੀਗੇ ਉਹਨਾਂ ਨੂੰ ਬੁਲਾਇਆ ਗਿਆ, ਭਰੋਸਾ ਦਿੱਤਾ ਗਿਆ ਕਿ ਤੁਸੀਂ ਆਪਣੀ ਜਿਹੜੀ ਸਟ੍ਰਾਈਕ ਆ ਉਹ ਕਾਲ ਆਫ ਕਰੋ ਤੇ ਤੁਹਾਡੇ ਅਸੀਂ 3 ਦਿਨਾਂ ਦੇ ਅੰਦਰ ਅੰਦਰ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਅਸੀਂ ਪੂਰੀਆਂ ਕਰਾਂਗੇ। ਅਸੀਂ ਉਹਨਾਂ ਦੇ ਭਰੋਸੇ ਤੇ ਪੰਜਾਬ ਦੇ ਵਿੱਚ ਅਸੀਂ ਜਿਹੜੀ ਸਟ੍ਰਾਈਕ ਸੀ ਕਾਲ ਆਫ ਕੀਤੀ। ਉਸ ਤੋਂ ਬਾਅਦ ਇਹ ਸਮਾਂ ਬਹੁਤ ਬੀਤ ਗਿਆ, ਅਸੀਂ ਵੇਟ ਕਰਦੇ ਰਹੇ ਤੇ ਉਸ ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਕਿ ਮੁੱਖ ਮੰਗ ਦੇਖੋ ਇਹ ਹੈ ਜੇ ਸਾਡਾ ਅਸੀਂ ਕਰੋਨਾ ਕਾਲ 'ਚ ਵੀ ਇੰਨਾ ਕੰਮ ਕੀਤਾ, ਸਾਡੀਆਂ ਸਾਰੀਆਂ ਨਰਸਿਸ ਨੇ ਆਪਣੀਆਂ ਜਾਨਾਂ ਵੀ ਗਵਾਈਆਂ, ਇਸ ਕਰਕੇ ਜਿਹੜੇ ਸਾਡੇ ਬਣਦੇ ਅਲਾਊਂਸਿਸ ਸਾਨੂੰ ਨਹੀਂ ਦਿੱਤੇ ਗਏ। ਜੇ ਅਸੀਂ 20 ਗ੍ਰੇਡ ਸੀਗੇ ਸਾਨੂੰ ਖਿੱਚ ਕੇ C ਗ੍ਰੇਡ 'ਚ ਲੈ ਆਂਦਾ, ਸਾਡੇ ਜਿਹੜੇ ਮਤਲਬ ਪੇ ਗ੍ਰੇਡ ਸੀ ਉਹ ਸਾਡੇ ਸਾਰੇ ਬਾਕੀ ਕੈਟੇਗਰੀਆਂ ਨਾਲੋਂ ਸਾਨੂੰ ਡਾਊਨ ਤੇ ਲੈ ਕੇ ਆ ਗਏ। ਅਸੀਂ ਨਾਈਟ ਡਿਊਟੀਜ਼ ਕਰਦੇ ਹਾਂ, ਉਹਦੇ ਲਈ ਜਿਹੜਾ ਵੱਖਰਾ ਸਾਨੂੰ ਨਾਈਟ ਡਿਊਟੀ ਅਲਾਊਂਸ ਦਿੱਤਾ ਜਾਵੇ। ਤੇ ਰਿਸਕ ਅਲਾਊਂਸ ਦੇ ਵਿੱਚ ਇਹ ਸੀਗਾ ਕਿ ਜਿੱਦਾਂ ਹੁਣ ਅਸੀਂ ਬਹੁਤ ਹੀ ਰਿਸਕੀ ਜਿਹੜੇ ਪੇਸ਼ੈਂਟ ਹੁੰਦੇ, ਕੋਈ HIV ਪੋਜ਼ਿਟਿਵ ਆ, HCV ਪੋਜ਼ਿਟਿਵ ਪੇਸ਼ੈਂਟ ਆ, ਤੇ ਸਭ ਤੋਂ ਮੇਨ ਜਿਹੜੇ ਆ ਕਿ ਪਿਛਲੇ 2 ਸਾਲਾਂ ਤੋਂ ਜਿਹੜੇ ਕੋਵਿਡ ਦੇ ਪੇਸ਼ੈਂਟ ਸੀਗੇ ਜਿਨ੍ਹਾਂ ਲਈ ਪ੍ਰਾਈਵੇਟ ਹਸਪਤਾਲਾਂ ਨੇ ਵੀ ਜਿਹੜਾ ਮੂੰਹ ਮੋੜ ਲਿਆ ਸੀਗਾ, ਅਸੀਂ ਬਿਲਕੁਲ ਵੀ ਅਸੀਂ ਨਾ ਨਹੀਂ ਕੀਤੀ ਉਹਨਾਂ ਨੂੰ ਅਟੈਂਡ ਕਰਨ ਤੋਂ। ਅਸੀਂ ਉਹਨਾਂ ਨੂੰ ਵੀ ਦਿਨ ਰਾਤ ਅਸੀਂ 24/7 ਆਪਣੀਆਂ ਸਰਵਿਸਿਜ਼ ਦੇ ਕੇ ਪੇਸ਼ੈਂਟਸ ਨੂੰ ਠੀਕ ਕੀਤਾ ਆ। ਇਸ ਲਈ ਅਸੀਂ ਕਿਹਾ ਸੀ ਕਿ ਸਾਡਾ ਰਿਸਕ ਅਲਾਊਂਸ ਵੀ ਸਾਨੂੰ ਮਿਲਣਾ ਚਾਹੀਦਾ ਕਿ ਅਸੀਂ ਇੰਨੇ ਰਿਸਕ ਦੇ ਵਿੱਚ ਅਸੀਂ ਡਿਊਟੀਆਂ ਕਰਦੇ ਹਾਂ, ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਜਾਂਦੇ ਹਾਂ, ਸਾਡੇ ਬੱਚੇ ਆ ਛੋਟੇ, ਅਸੀਂ ਇੰਨੇ ਰਿਸਕ ਵਾਲੇ ਪੇਸ਼ੈਂਟ ਅਟੈਂਡ ਕਰਕੇ ਆਪਣੇ ਬੱਚਿਆਂ ਨੂੰ ਜਾ ਕੇ ਦੇਖਣਾ ਹੁੰਦਾ ਆ। ਦੇਖੋ ਕੋਈ ਜਿੱਦਾਂ ਪੇਸ਼ੈਂਟ ਆ ਰਿਹਾ ਆ ਜਾਂ ਕੋਈ ਐਮਰਜੈਂਸੀ ਆਏਗੀ ਤਾਂ ਅਸੀਂ ਜਿਹੜੇ ਵੀ ਸਾਡੇ ਐਮਰਜੈਂਸੀ ਦੇ ਵਿੱਚ ਸਾਡੇ ਡਾਕਟਰ ਸਾਹਿਬਾਨ ਬੈਠੇ ਹੋਏ ਹਨ, ਅਸੀਂ ਉਹਨਾਂ ਨੂੰ ਅਸੀਂ ਇੰਟੀਮੇਸ਼ਨ ਦੇ ਦਿੱਤੀ ਹੈ ਕਿ ਡਾਕਟਰ ਸਾਹਿਬ ਕੋਈ ਵੀ ਪੇਸ਼ੈਂਟ ਐਮਰਜੈਂਸੀ ਪੇਸ਼ੈਂਟ ਆਉਂਦਾ ਆ ਤਾਂ ਤੁਸੀਂ ਸਾਨੂੰ ਸਾਡੇ ਵਿੱਚੋਂ ਜੋ ਵੀ ਆ ਸਟਾਫ ਨਰਸਿਸ ਨੂੰ ਤੁਸੀਂ ਸਾਨੂੰ ਦੱਸ ਦੇਣਾ ਹੈ, ਅਸੀਂ ਉਹਨੂੰ ਫਸਟ ਏਡ ਦੇ ਦਾਂਗੇ, ਪੇਸ਼ੈਂਟ ਨੂੰ ਅਸੀਂ ਸਟੇਬਲ ਕਰਕੇ ਅਸੀਂ ਉਹਨੂੰ ਅੱਗੇ ਭੇਜ ਦਾਂਗੇ। ਇੱਕ ਪਾਸੇ ਦੇਖੀਏ ਤਾਂ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਚੋਣ ਸਰਗਰਮੀਆਂ ਆ ਉਹ ਸਿਖਰ ਦੇ ਉੱਤੇ ਨੇ। ਚੋਣ ਸਰਗਰਮੀਆਂ ਕਰਕੇ ਹਰ ਇੱਕ ਪਾਰਟੀ ਲੋਕਾਂ ਦੇ ਨਾਲ ਵੱਡੇ ਵਾਅਦੇ ਕਰਦੀ ਪਈ ਹੈ, ਸਮੇਂ ਦੀ ਸਰਕਾਰ ਵੀ ਲੋਕਾਂ ਦੇ ਨਾਲ ਵਾਅਦੇ ਕਰਦੀ ਪਈ ਹੈ, ਪਰ ਕਿਤੇ ਨਾ ਕਿਤੇ ਜਿਹੜੇ ਪਹਿਲੇ ਕੀਤੇ ਹੋਏ ਵਾਅਦੇ ਜਾਂ ਪਹਿਲੀਆਂ ਸਰਕਾਰਾਂ ਪੁਰ ਹੁੰਦੇ ਜਿਹੜੇ ਨਜ਼ਰ ਨਹੀਂ ਆਉਂਦੇ ਆ। ਚਾਹੇ ਇਸ ਸਮੇਂ ਦੀ ਸਰਕਾਰ ਦੀ ਗੱਲ ਕਰ ਲਈਏ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ, ਕਾਂਗਰਸ ਸਰਕਾਰ ਕੈਪਟਨ ਸਾਹਿਬ ਤੋਂ ਬਾਅਦ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਬਣੀ ਚੰਨੀ ਸਰਕਾਰ ਵੀ ਜਿਹੜੀ ਆ ਵਾਅਦਿਆਂ ਦੀ ਜਿਹੜੀ ਆ ਇਰਾਦਿਆਂ ਦੀ ਝੜੀ ਲਾਦੀ ਪਈ ਹੈ। ਪਰ ਜੇ ਦੇਖੀਏ ਤਾਂ ਸਰਕਾਰ ਨੇ ਜਿਹੜੇ ਪਿਛਲੀ ਵਾਰ ਲੋਕਾਂ ਦੇ ਨਾਲ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ, ਕਿੰਨੇ ਕੁ ਉਹਨਾਂ ਨੇ ਪੁਰ ਚੜਾਇਆ ਤਾਂ ਉਹ ਸਾਡੇ ਸਾਹਮਣੇ ਇਸ ਵੇਲੇ ਪੰਜਾਬ ਦੇ ਵਿੱਚ ਹਰ ਜਥੇਬੰਦੀ ਜਿਹੜੀ ਸਟ੍ਰਾਈਕ ਦੇ ਉੱਤੇ ਆ। ਚਾਹੇ ਕੋਈ ਮਹਿਕਮਾ ਲੈ ਲਓ, ਇੱਥੇ ਤੱਕ ਕਿ ਜੇ ਹੈਲਥ ਡਿਪਾਰਟਮੈਂਟ ਦੀ ਗੱਲ ਕਰ ਲਈਏ ਜਿਹਦੇ ਵੱਡੇ ਦਾਅਵੇ ਕਰਦੀ ਆ ਸਰਕਾਰ, ਤੇ ਹੈਲਥ ਡਿਪਾਰਟਮੈਂਟ ਦੇ ਉੱਤੇ ਵੀ ਜੇ ਦੇਖੀਏ ਤਾਂ ਹੈਲਥ ਡਿਪਾਰਟਮੈਂਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਰੀੜ੍ਹ ਦੀ ਹੱਡੀ ਕਹੀ ਜਾਂਦੀ ਹੈ ਨਰਸਿੰਗ ਯੂਨੀਅਨਾਂ ਵੀ ਜਿਹੜੀਆਂ ਇਸ ਸਮੇਂ ਸਟ੍ਰਾਈਕ ਦੇ ਉੱਤੇ ਆ। ਇਹਨਾਂ ਨਾਲ ਪਹਿਲਾਂ ਵੀ ਵਾਅਦੇ ਕੀਤੇ ਗਏ ਸੀਗੇ, ਉਹ ਪੁਰ ਨਹੀਂ ਚੜਾਏ ਗਏ। ਕਰੋਨਾ ਕਾਲ ਵਰਗੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਜਿਹੜੀਆਂ ਆਪਣੀਆਂ ਡਿਊਟੀਆਂ ਨਿਭਾਈਆਂ, ਉਸ ਤੋਂ ਬਾਅਦ ਇਹਨਾਂ ਨਾਲ ਬਹੁਤ ਵਾਅਦੇ ਕੀਤੇ ਗਏ। ਇਹਨਾਂ ਦੀ ਸੇਵਾ ਨੂੰ ਜਿੱਥੇ ਸਹਰਾਇਆ ਗਿਆ, ਉਸ ਤੋਂ ਬਾਅਦ ਖਾਸ ਜਿਹੜੇ ਅਲਾਊਂਸ ਦੇਣ ਦੀ ਵੀ ਗੱਲ ਹੋਈ ਹੈ, ਪਰ ਫਿਰ ਵੀ ਇਹਨਾਂ ਲੋਕਾਂ ਨੂੰ ਮਜਬੂਰ ਹੋ ਕੇ ਜਦ ਵਾਅਦੇ ਇਰਾਦਿਆਂ ਦੇ ਵਿੱਚ ਨਹੀਂ ਬਦਲੇ ਤਾਂ ਇਹਨਾਂ ਨੂੰ ਸਟ੍ਰਾਈਕ ਕਰਨੀ ਪਈ। ਬਾਰ-ਬਾਰ ਸਟ੍ਰਾਈਕ ਕਰਦੇ ਆ ਸਰਕਾਰ, ਫਿਰ ਲਾਉਂਦੇ ਆ, ਫਿਰ ਇਹਨਾਂ ਨੂੰ ਸਟ੍ਰਾਈਕ ਬਾਰ-ਬਾਰ ਕਰਨੀ ਪੈਂਦੀ। ਕਿਉਂ ਕਰਨੀ ਪੈਂਦੀ ਹੈ? ਸਾਡੇ ਨਾਲ ਜਿਹੜੇ ਆ ਨਰਸਿੰਗ ਯੂਨੀਅਨ ਦੇ ਲੋਕ ਮੌਜੂਦ ਹੈਗੇ, ਇਹਨਾਂ ਨਾਲ ਗੱਲ ਕਰਕੇ ਸਾਰਾ ਜਾਣਦੇ ਹਾਂ ਕੀ ਹੈ ਮਸਲਾ ਤੇ ਕੀ ਇਹਨਾਂ ਦਾ ਹੱਲ। ਹਾਂਜੀ ਮੈਡਮ ਜੀ, ਪਹਿਲਾਂ ਬਹੁਤ ਸਵਾਗਤ ਜੀ ਤੁਹਾਡਾ। ਹਾਂਜੀ, ਮੈਂ ਸਟਾਫ ਨਰਸ ਰਣਜੀਤ ਕੌਰ, ਸਿਵਲ ਹਸਪੀਟਲ ਨਵਾਂਸ਼ਹਿਰ। ਮੈਂ ਅੱਜ ਦਾ ਤੁਹਾਨੂੰ ਜੋ ਅਸੀਂ ਦਰੀਆਂ ਤੇ ਬੈਠੇ ਹਾਂ ਉਸ ਬਾਰੇ ਮੈਂ ਤੁਹਾਨੂੰ ਵਿਸਤਾਰਪੂਰਵਕ ਦੱਸਾਂਗੀ, ਕਿਉਂਕਿ 8 ਨਵੰਬਰ ਤੋਂ ਅਸੀਂ ਪਹਿਲਾਂ ਹੜਤਾਲ ਤੇ ਗਏ ਸੀ ਕਿਉਂਕਿ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਪੇ ਪੈਰਿਟੀ, ਅਲਾਊਂਸਿਸ ਤੇ ਸਾਡਾ ਡੈਜ਼ਿਗਨੇਸ਼ਨ ਚੇਂਜ ਕਰਨਾ। ਤੇ ਇਹਦੇ ਵਿੱਚ ਅਸੀਂ ਤਕਰੀਬਨ 10 ਦਿਨ ਲਗਾਤਾਰ ਹੜਤਾਲ ਤੇ ਗਏ ਤਾਂ ਸਾਨੂੰ ਪੰਜਾਬ ਸਰਕਾਰ ਵੱਲੋਂ ਫਿਰ ਸਾਡੇ ਜਿਹੜੇ ਸਟੇਟ ਲੀਡਰ ਸੀਗੇ ਉਹਨਾਂ ਨੂੰ ਬੁਲਾਇਆ ਗਿਆ, ਭਰੋਸਾ ਦਿੱਤਾ ਗਿਆ ਕਿ ਤੁਸੀਂ ਆਪਣੀ ਜਿਹੜੀ ਸਟ੍ਰਾਈਕ ਆ ਉਹ ਕਾਲ ਆਫ ਕਰੋ ਤੇ ਤੁਹਾਡੇ ਅਸੀਂ 3 ਦਿਨਾਂ ਦੇ ਅੰਦਰ ਅੰਦਰ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਅਸੀਂ ਪੂਰੀਆਂ ਕਰਾਂਗੇ। ਅਸੀਂ ਉਹਨਾਂ ਦੇ ਭਰੋਸੇ ਤੇ ਜੋ ਸਾਡੇ ਡਿਪਟੀ CM ਵੀ ਨੇ, ਸਾਡੇ ਹੈਲਥ ਮਿਨਿਸਟਰ ਵੀ ਨੇ, ਉਹਨਾਂ ਦੇ ਭਰੋਸੇ ਤੇ ਅਸੀਂ ਸਾਰੀ ਜਿਹੜੀ ਪੰਜਾਬ ਦੇ ਵਿੱਚ ਅਸੀਂ ਜਿਹੜੀ ਸਟ੍ਰਾਈਕ ਸੀ ਕਾਲ ਆਫ ਕੀਤੀ ਤੇ ਅਸੀਂ ਫਿਰ ਉਹਨਾਂ ਦੇ ਭਰੋਸੇ ਤੇ ਆਪਣੇ ਡਿਊਟੀਆਂ ਤੇ ਵਾਪਸ ਆ ਗਏ ਇਸ ਕਰਕੇ ਕਿਉਂਕਿ ਵੀ ਸਾਡੇ ਜਿਹੜੇ ਪੇਸ਼ੈਂਟ ਆ ਉਹ ਸਫਰ ਨਾ ਹੋਣ ਤੇ ਅਸੀਂ ਵੀ ਸਮਾਜ ਦਾ ਇੱਕ ਹਿੱਸਾ ਆ, ਸਾਡੇ ਲਈ ਇਹ ਇੱਕ ਬਹੁਤ ਜ਼ਰੂਰੀ ਆ।
ਦੂਸਰੀ ਗੱਲ ਕਿ ਉਹਨੂੰ ਫਿਰ ਉਸ ਤੋਂ ਬਾਅਦ ਇਹ ਸਮਾਂ ਬਹੁਤ ਬੀਤ ਗਿਆ, ਅਸੀਂ ਵੇਟ ਕਰਦੇ ਰਹੇ ਤੇ ਉਸ ਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਫਿਰ ਸਾਡੀ ਸਟੇਟ ਲੈਵਲ ਦੇ ਜਿਹੜੇ ਸਾਡੇ ਮੁੱਖ ਬੰਦੇ ਅੱਗੇ ਸੀਗੇ, ਸਾਡੀਆਂ ਲੀਡਰ ਸੀਗੀਆਂ, ਉਹ ਵੀ ਸਰਕਾਰ ਨੂੰ ਫਿਰ ਤੋਂ ਦੁਬਾਰਾ ਮਿਲੀਆਂ। ਉਹਨਾਂ ਨੇ ਫਿਰ ਇਹੀ ਗੱਲ ਸਾਨੂੰ ਕਹੀ ਕਿ ਤੁਸੀਂ ਮਤਲਬ ਆਪਣਾ ਜਿਹੜਾ ਕੰਮ ਆ ਜਾਰੀ ਰੱਖੋ, ਸਟ੍ਰਾਈਕ ਤੇ ਨਹੀਂ ਜਾਣਾ, ਅਸੀਂ ਤੁਹਾਡਾ ਜਿਹੜਾ ਇਹ ਜਿਹੜੀਆਂ ਮੁੱਖ ਮੰਗਾਂ ਆ ਇਹਨਾਂ ਨੂੰ ਪੂਰੀਆਂ ਕਰਾਂਗੇ। ਕਿਉਂਕਿ ਮੁੱਖ ਮੰਗ ਦੇਖੋ ਇਹ ਆ, ਜੇ ਸਾਡਾ ਅਸੀਂ ਕਰੋਨਾ ਕਾਲ 'ਚ ਵੀ ਇੰਨਾ ਕੰਮ ਕੀਤਾ, ਸਾਡੀਆਂ ਸਾਰੀਆਂ ਨਰਸਿਸ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਤੇ ਸਾਡੇ ਮਤਲਬ ਬਹੁਤ ਜੇ ਦੇਖੋ ਕਿਸੇ ਨੇ ਹੋਰ ਸਫ਼ਰ ਕੀਤਾ ਤੇ ਸਾਡੀਆਂ ਨਰਸਿਸ ਨੇ ਵੀ ਬਹੁਤ ਸਫ਼ਰ ਕੀਤਾ ਹੈ। ਇਸ ਕਰਕੇ ਜਿਹੜੇ ਸਾਡੇ ਬਣਦੇ ਅਲਾਉਂਸਸ ਸਾਨੂੰ ਨਹੀਂ ਦਿੱਤੇ ਗਏ। ਜੇ ਅਸੀਂ 20 ਗ੍ਰੇਡ ਸੀਗੇ, ਸਾਨੂੰ ਖਿੱਚ ਕੇ C ਗ੍ਰੇਡ 'ਚ ਲੈ ਆਂਦਾ। ਸਾਡੇ ਜਿਹੜੇ ਮਤਲਬ ਪੇ ਗ੍ਰੇਡ ਸੀ ਉਹ ਸਾਡੇ ਸਾਰੇ ਬਾਕੀ ਕੈਟੇਗਰੀਆਂ ਨਾਲੋਂ ਸਾਨੂੰ ਡਾਊਨ ਤੇ ਲੈ ਕੇ ਆ ਗਏ, ਕਿਉਂਕਿ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕਿਉਂਕਿ ਜਿਹੜੇ ਸਾਡੇ ਬਣਦੇ ਗ੍ਰੇਡ ਆ ਸਾਨੂੰ ਉਹ ਦਿੱਤੇ ਜਾਣ, ਸਾਡੇ ਅਲਾਉਂਸਸ ਦਿੱਤੇ ਜਾਣ ਤੇ ਜਿਹੜੇ ਸਾਡਾ ਖਾਸ ਜਿਹੜਾ ਸਾਡਾ ਡੈਜ਼ਿਗਨੇਸ਼ਨ ਆ ਉਹ ਚੇਂਜ ਕੀਤਾ ਜਾਵੇ। ਕਿਉਂਕਿ ਸਾਨੂੰ ਇਹ ਪਤਾ ਲੱਗਿਆ ਕਿ ਉਹ ਕਹਿੰਦੇ ਅਸੀਂ ਤੁਹਾਡਾ ਡੈਜ਼ਿਗਨੇਸ਼ਨ ਨਹੀਂ ਚੇਂਜ ਕਰਦੇ। ਅਗਰ ਸਾਡਾ ਡੈਜ਼ਿਗਨੇਸ਼ਨ ਨਹੀਂ ਚੇਂਜ ਹੋ ਸਕਦਾ ਤੇ ਇੱਕ ਦੋ ਕੈਟੇਗਰੀਆਂ ਦਾ ਡੈਜ਼ਿਗਨੇਸ਼ਨ ਚੇਂਜ ਹੋਇਆ ਆ ਤੇ ਫਿਰ ਸਾਰਿਆਂ ਨੂੰ ਹੀ ਬਰਾਬਰ ਰੱਖਣਾ ਚਾਹੀਦਾ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਇੰਨਾ ਕੰਮ ਕਰਦੇ ਆ ਤੇ ਸਾਨੂੰ ਉਹਨਾਂ ਦੇ ਬਣਦੇ ਸਾਡੇ ਬਰਾਬਰ ਹੱਕ ਦੇਣੇ ਚਾਹੀਦੇ ਨੇ ਤੇ ਇਹ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ। ਨਹੀਂ ਤਾਂ ਫਿਰ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਮਜਬੂਰ ਹੋਵਾਂਗੇ, ਜਿਹਦੇ ਨਾਲ ਸਾਰੇ ਪੇਸ਼ੈਂਟ ਵੀ ਸਫਰ ਕਰਨਗੇ ਤੇ ਸਾਡਾ ਸਮਾਜ ਵੀ ਸਾਰਾ ਸਫਰ ਹੀ ਕਰੇਗਾ। ਤੇ ਇਹਨਾਂ ਕਹਿੰਦੀ ਹੋਈ ਧੰਨਵਾਦ। ਤੇ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਹੁਣ ਤੁਸੀਂ ਦੁਬਾਰਾ ਤੋਂ ਸਟ੍ਰਾਈਕ ਕੀਤੀ, ਹੁਣ ਕਿੰਨੇ ਸਮੇਂ ਵਾਸਤੇ ਆ, ਸਰਕਾਰ ਨੂੰ ਕੀ ਅਲਟੀਮੇਟ ਹੈਗਾ ਜੀ? ਅਸੀਂ ਹੁਣ ਇਹ ਆ ਸਰਕਾਰ ਨੂੰ, ਜੋ ਸਾਡੇ ਸਟੇਟ ਬਾਡੀ ਦਾ ਸਾਨੂੰ ਮਤਲਬ ਸੁਨੇਹਾ ਹੈਗਾ, ਇਹ ਆ ਕਿ ਅਸੀਂ ਜਿਹੜਾ ਹੜਤਾਲ ਆ ਅਣਮਿੱਥੇ ਸਮੇਂ ਲਈ ਆ, ਜਿੰਨੀ ਦੇਰ ਸਾਡੀ ਹੁਣ ਗੱਲਬਾਤ ਉਹ ਨਹੀਂ ਸੁਣਦੇ। ਜੇ ਤਕਰੀਬਨ ਸਾਡੀਆਂ 5 ਮੰਗਾਂ ਦੇ ਵਿੱਚੋਂ ਸਾਡੀਆਂ 2 ਤਾਂ ਪੂਰੀਆਂ ਕਰਨ। ਜੇ 5 ਨਹੀਂ ਪੂਰੀਆਂ ਕਰ ਸਕਦੇ, ਕਮ ਸੇ ਕਮ 2 ਤਾਂ ਸਾਡੀਆਂ ਪੂਰੀਆਂ ਕਰਨ, 3 ਪੂਰੀਆਂ ਕਰਨ। ਇੰਨੇ ਖਤਰਨਾਕ ਬਿਮਾਰੀਆਂ ਵਾਲੇ ਪੇਸ਼ੈਂਟਸ ਅਸੀਂ ਕੰਮ ਕਰਦੇ ਹਾਂ। ਅਸੀਂ ਪਹਿਲਾਂ ਵੀ ਰਿਪੀਟ ਕੀਤਾ ਸੀ, ਜਿਵੇਂ HIV HCV ਹੋ ਗਿਆ, ਕੋਵਿਡ ਹੋ ਗਿਆ, ਇੱਕ ਹੋਰ ਹੁਣ ਨਵਾਂ ਵਾਇਰਸ ਆ ਰਿਹਾ ਹੈ, ਉਹਦੇ ਬਾਰੇ ਵੀ ਗਵਰਨਮੈਂਟ ਅਲਰਟ ਸਾਨੂੰ ਕਰ ਰਹੀ ਆ। ਕਿਉਂਕਿ ਉਹਦੇ ਬਾਰੇ ਵੀ ਅਸੀਂ ਆਪਣੀਆਂ ਸਾਰੀਆਂ ਵਾਰਡਾਂ, ਸਾਰਾ ਸਾਡਾ ਸਟਾਫ ਅਸੀਂ ਤਿਆਰ ਹਾਂ। ਅਸੀਂ ਇਹ ਨਹੀਂ ਕਿ ਅਸੀਂ ਕੰਮ ਕਰਨ ਲਈ ਨਹੀਂ ਤਿਆਰ, ਅਸੀਂ ਸਾਰਾ ਕੰਮ ਕਰਨ ਲਈ ਤਿਆਰ ਹਾਂ। ਭਾਵੇਂ ਸਾਨੂੰ ਟ੍ਰਿਪਲ ਡਿਊਟੀ ਕਰਨੀ ਪਵੇ, ਡਬਲ ਡਿਊਟੀ ਕਰਨੀ ਪਵੇ, ਪਰ ਸਰਕਾਰ ਨੂੰ ਸਾਡੀ ਮਿਹਨਤ ਬਾਰੇ ਵੀ ਸੋਚਣਾ ਚਾਹੀਦਾ। ਸਾਨੂੰ ਸਾਡੇ ਬਣਦੇ ਹੱਕ ਜ਼ਰੂਰ ਦੇਣੇ ਚਾਹੀਦੇ। ਇਹ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਵੀ ਆ ਤੇ ਅਸੀਂ ਉਹਨਾਂ ਨੂੰ ਅਗਾਹ ਵੀ ਕਰਦੇ ਹਾਂ ਕਿ ਸਾਨੂੰ ਜ਼ਰੂਰ ਸਾਡੀਆਂ ਮੰਗਾਂ ਪੂਰੀਆਂ ਕਰਨ। ਜਿੱਦਾਂ ਤੁਸੀਂ ਮੰਗਾਂ ਦੀ ਗੱਲ ਕੀਤੀ ਵੀ ਸਾਡੀ ਨੇ ਜਿਹੜੇ ਮੁੱਖ ਮੰਗਾਂ, ਤੁਸੀਂ 2 ਮੰਗਾਂ ਕਹਿ ਰਹੇ ਹੋ, ਕਿਹੜੀਆਂ ਨੇ ਜੀ ਖਾਸ ਤੌਰ ਤੇ? ਦੇਖੋ ਜੀ, ਮੁੱਖ ਮੰਗ ਤਾਂ ਇਹ ਆ, 2 ਖਾਸ ਹੈ ਤੇ ਸਾਡੀਆਂ ਸਾਰੀਆਂ ਹੀ ਮੁੱਖ ਆ। ਕਿਉਂਕਿ ਜਿਸ ਉਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਹਾਲਾਤਾਂ ਵਿੱਚ ਕੰਮ ਕਰ ਰਹੇ ਹਾਂ, ਮੁੱਖ ਤੇ ਸਾਡੀਆਂ ਸਾਰੀਆਂ ਹੀ ਬਣਦੀਆਂ। ਪਰ ਜਿਹੜਾ ਸਾਡਾ ਗ੍ਰੇਡ ਆ, ਸਾਨੂੰ B ਗ੍ਰੇਡ ਤੋਂ C 'ਚ ਲਿਆਂਦਾ ਗਿਆ, ਸਾਨੂੰ ਇਹ ਨਹੀਂ ਹੋਣਾ ਚਾਹੀਦਾ ਸੀ। ਸਾਡਾ ਡੈਜ਼ਿਗਨੇਸ਼ਨ ਜ਼ਰੂਰ ਚੇਂਜ ਹੋਣਾ ਚਾਹੀਦਾ। ਤੇ ਬਾਕੀ ਵੀ ਸਾਡੀਆਂ ਜਿਹੜੀਆਂ ਮੰਗਾਂ ਮੁੱਖ ਹੀ ਆ, ਕੋਈ ਜ਼ਿਆਦਾ ਤੇ ਹੈ ਨਹੀਂ, 5-6 ਮੰਗਾਂ ਆ ਜਿਹੜੀਆਂ ਸਾਡੀਆਂ ਜਾਇਜ਼ ਆ, ਨਜਾਇਜ਼ ਨਹੀਂ ਹੈਗੀਆਂ। ਇਹ ਜ਼ਰੂਰ ਸਰਕਾਰ ਨੂੰ ਮੰਗ ਲੈਣੀਆਂ ਚਾਹੀਦੀਆਂ ਆ ਤੇ ਅਸੀਂ ਜੋ ਉਹਨਾਂ ਦਾ ਧੰਨਵਾਦ ਕਰੀਏ। ਸਾਡੀ ਇੱਕ ਬੇਨਤੀ ਆ ਉਹਨਾਂ ਨੂੰ, ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ CM ਸਾਹਿਬ ਨੂੰ, ਸਾਡੇ ਹੈਲਥ ਮਿਨਿਸਟਰ ਸਾਹਿਬ ਨੂੰ, ਕਿ ਸਾਡੀਆਂ ਇਹ ਮੰਗਾਂ ਜ਼ਰੂਰ ਮੰਗੀਆਂ ਜਾਣ ਕਿ ਅਸੀਂ ਆਪਣੀ ਸਟ੍ਰਾਈਕ ਤੋਂ ਉੱਠੀਏ ਤੇ ਲੋਕ ਸਫਰ ਨਾ ਕਰਨ, ਅਸੀਂ ਆਪਣੀਆਂ ਵਾਪਸ ਡਿਊਟੀਆਂ ਤੇ ਜਾਈਏ। ਜਿੱਦਾਂ ਤੁਸੀਂ ਗੱਲ ਕੀਤੀ ਵੀ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸੀਗਾ, ਹੁਣ ਜਦੋਂ ਪਹਿਲਾਂ ਵੀ ਤੁਸੀਂ ਸਟ੍ਰਾਈਕ ਕੀਤੀ ਤਾਂ ਉੱਠੇ ਸੀਗੇ, ਉਸ ਵੇਲੇ ਤੁਹਾਨੂੰ ਕਿਹਨੇ ਔਰ ਕੀ ਕਿਹਾ ਸੀਗਾ ਤੇ ਬਾਅਦ ਚ ਮੁੱਕਰੇ ਕਿਉਂ ਤੇ ਕਿਸ ਤਰ੍ਹਾਂ ਮੁੱਕਰੇ ਜੀ? ਉਦੋਂ ਜਦੋਂ ਸਾਨੂੰ ਬੁਲਾਇਆ ਗਿਆ ਸੀ, ਉੱਥੇ ਸਾਡੇ ਜਿਹੜੇ ਡਿਪਟੀ CM ਵੀ ਨੇ, ਸਾਡੇ ਸਿਹਤ ਮੰਤਰੀ ਜੀ ਵੀ ਨੇ, OP ਸੋਨੀ ਜੀ, ਉਹਨਾਂ ਨਾਲ ਸਾਡੀ ਮੀਟਿੰਗ ਸਾਡੇ ਸਟੇਟ ਦੇ ਨੁਮਾਇੰਦਿਆਂ ਦੀ ਹੋਈ ਸੀ। ਸਾਡੇ ਮੇਨ ਨੁਮਾਇੰਦੇ ਉੱਥੇ ਗਏ ਸੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹਨਾਂ ਨੇ 1 ਹਫ਼ਤੇ ਦੇ ਅੰਦਰ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਪ੍ਰਵਾਨ ਕਰ ਲਈਆਂ ਤੇ ਤੁਸੀਂ ਆਪਣੀ ਜਿਹੜੀ ਆਪਾਂ ਸਟ੍ਰਾਈਕ ਹੁਣ ਨਹੀਂ ਕਰਾਂਗੇ, ਕਾਲ ਆਫ ਕਰ ਦਿਓ। ਸਾਰੀਆਂ ਮੰਗਾਂ ਮੰਨਣ ਦੀ ਗੱਲ ਮੰਨੀ ਸੀਗੀ ਉਹਨਾਂ ਨੇ? ਹਾਂਜੀ, ਉਹਨਾਂ ਨੇ ਜੋ ਇਹ ਲੈ ਕੇ ਗਏ ਸੀ ਮੰਗਾਂ ਸਾਰੀਆਂ, ਕਿ ਅਸੀਂ ਚਲੋ 3 ਤਾਂ ਤੁਹਾਡੀਆਂ ਮੇਨ ਅਸੀਂ ਰੱਖਦੇ ਹਾਂ, ਮੁੱਖ ਰੱਖਦੇ ਹਾਂ, ਬਾਕੀਆਂ 'ਤੇ ਵੀ ਵਿਚਾਰ ਕੀਤਾ ਜਾਊਗਾ। ਪਰ ਜਿਹੜੀਆਂ 3 ਮੁੱਖ ਸੀਗੀਆਂ ਉਹ ਵੀ ਨਹੀਂ ਮੰਨੀਆਂ, ਬਾਕੀਆਂ 'ਤੇ ਤਾਂ ਵਿਚਾਰ ਕੀ ਹੋਣਾ। 3 ਚੋਂ ਇੱਕ ਵੀ ਨਹੀਂ ਜੀ ਮੰਨੀ? ਨਹੀਂ, ਕੋਈ ਮੰਗ ਨਹੀਂ। ਫਿਰ ਉਹ ਕੀ ਕਿਹਾ ਜਦੋਂ ਮੀਟਿੰਗ ਦੇ ਵਿੱਚ ਉਹਨਾਂ ਨੇ, ਜਦੋਂ ਤੁਸੀਂ ਕਹਿੰਦੇ ਮੁੱਕਰੇ, ਕੁਛ ਨਾ ਕੁਛ ਤਾਂ ਕਿਹਾ ਹੋਊਗਾ, ਕੀ ਕਿਹਾ ਜੀ? ਸਟ੍ਰਾਈਕ ਕਾਲ ਆਫ ਗਈ ਸੀ ਤੇ ਮਤਲਬ ਇਹ ਕਿਹਾ ਸੀ ਕਿ ਅਸੀਂ ਤੁਹਾਡਾ ਨੋਟੀਫਿਕੇਸ਼ਨ ਕਰ ਦੇਵਾਂਗੇ 3 ਦਿਨਾਂ ਦੇ ਅੰਦਰ। ਮੈਂ 3 ਦਿਨ ਦਾ ਸਾਨੂੰ ਸਮਾਂ ਦਿੱਤਾ ਸੀ। ਫਿਰ ਉਹਨਾਂ ਦੀ ਗੱਲ ਹੋਈ, ਫਿਰ ਉਹਨਾਂ ਨੇ 1 ਹਫ਼ਤੇ ਦਾ ਸਮਾਂ ਦਿੱਤਾ। ਇੱਦਾਂ ਸਮਾਂ ਵੱਧਦਾ ਗਿਆ, ਇਸ ਕਰਕੇ ਅਸੀਂ ਮਜਬੂਰ ਹੋਏ ਹਾਂ ਕਿ ਅੱਜ ਅਸੀਂ ਸਟ੍ਰਾਈਕ ਤੇ ਫਿਰ ਤੋਂ ਬੈਠੇ ਹਾਂ। ਤੇ ਹੋਰ ਵੀ ਸਾਡੇ ਨਾਲ ਮੌਜੂਦ ਹੈਗੇ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਆ ਵੀ ਕੀ ਅਸਲ ਦੇ ਵਿੱਚ ਇਹਦਾ ਕਾਰਨ ਕੀ ਆ ਵੀ ਸਰਕਾਰ ਇਸ ਤਰ੍ਹਾਂ ਕਿਉਂ ਕਰਦੀ ਪਈ ਹੈ, ਤਾਂ ਤੁਹਾਡੀ ਜਿਹੜੀ ਜ਼ਰੂਰਤ ਹੈਗੀ ਕਿੰਨੀ ਕੁ ਜਾਇਜ਼ ਹੈ? ਦੇਖੋ, ਮੇਰਾ ਨਾਮ ਪਰਮਿੰਦਰ ਕੌਰ ਹੈ ਤੇ ਮੈਂ ਇਸ ਟਾਈਮ ਜਿਹੜੇ ਆਪਣੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਨਰਸਿੰਗ ਯੂਨੀਅਨ ਦੀ ਪ੍ਰਧਾਨ ਹਾਂ।
ਤੇ ਦੇਖੋ ਵੈਸੇ ਤਾਂ ਸਾਡੇ ਸਿਸਟਰ ਜੀ ਮੈਡਮ ਰਣਜੀਤ ਹੋਣਾ ਨੇ ਤੁਹਾਨੂੰ ਸਾਰਾ ਕੁਝ ਬਹੁਤ ਹੀ ਵਿਸਥਾਰਪੂਰਵਕ ਦੱਸਿਆ ਹੈ, ਜੋ ਵੀ ਸਾਡੀ ਪਿਛਲੇ 1 ਮਹੀਨੇ ਤੋਂ ਸਰਕਾਰ ਨਾਲ ਜੋ ਸਾਡੀ ਜਿਹੜੀ ਨਾਰਾਜ਼ਗੀ ਚੱਲਦੀ ਆ ਰਹੀ ਹੈ। ਤੇ ਬਾਕੀ ਮੇਨ ਹੁਣ ਇਹ ਕਾਰਨ ਤਾਂ ਸਾਨੂੰ ਵੀ ਨਹੀਂ ਪਤਾ ਕਿ ਸਰਕਾਰ ਇਹਨਾਂ ਮੰਗਾਂ ਤੇ ਗੌਰ ਕਿਉਂ ਨਹੀਂ ਕਰ ਰਹੀ ਹੈ, ਕਿਉਂਕਿ ਸਾਡੀਆਂ ਜੋ ਮੰਗਾਂ ਹੈਗੀਆਂ ਆ ਉਹ ਬਹੁਤ ਹੀ ਜਾਇਜ਼ ਆ ਔਰ ਬਹੁਤ ਹੀ ਬੇਸਿਕ ਜਿਹੀਆਂ ਮੰਗਾਂ ਆ ਕਿ ਜਿਨ੍ਹਾਂ ਨੂੰ ਮਤਲਬ ਪੂਰਾ ਕਰਨ ਦੇ ਲਈ ਇਹ ਨਹੀਂ ਆ ਕਿ ਬਹੁਤ ਵੱਡਾ ਬੋਰਡ ਬਿਠਾਉਣਾ ਪਏਗਾ ਜਾਂ ਬਹੁਤ ਹੀ ਜ਼ਿਆਦਾ ਇਹਦੇ ਤੇ ਐਕਸ਼ਨ ਲੈਣਾ ਪਏਗਾ। ਸਾਡੀ ਜਿਹੜੀ ਸਭ ਤੋਂ ਮੇਨ ਮੰਗ ਹੈਗੀ ਆ ਉਹ ਸਾਡੇ ਪੇ ਸਕੇਲ ਦੀ ਹੈਗੀ ਆ, ਤੇ ਜਿਹਦੇ ਵਿੱਚ ਕਿ ਉਹਨਾਂ ਨੇ ਸਾਡਾ ਜਿਹੜਾ ਗ੍ਰੇਡ ਆ ਉਹ B ਗ੍ਰੇਡ ਤੋਂ C ਗ੍ਰੇਡ ਦੇ ਵਿੱਚ ਲੈ ਆਂਦਾ, ਜਦ ਕਿ ਅਸੀਂ 2 ਸਾਲ ਤੋਂ ਅਸੀਂ ਸਾਰੀਆਂ ਨਰਸਿਸ ਜਿਹੜੇ ਆ ਉਹ ਕਰੋਨਾ ਦੇ ਪੇਸ਼ੈਂਟਸ ਨੂੰ ਅਸੀਂ ਤਨਦੇਹੀ ਨਾਲ ਜਿਹੜਾ ਆ ਉਹਨਾਂ ਦੀ ਪ੍ਰਤੀ ਆਪਣੀ ਡਿਊਟੀ ਨਿਭਾਈ ਆ। ਤੇ ਸਰਕਾਰ ਨੇ ਸਾਨੂੰ ਕਰੋਨਾ ਯੋਧਿਆਂ ਦਾ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਸਾਨੂੰ ਕਹਿ ਲਓ ਕਿ ਲੋਲੀਪੌਪ ਜਿਹਾ ਦੇ ਦਿੱਤਾ ਕਿ ਤੁਸੀਂ ਕਰੋਨਾ ਯੋਧੇ ਆ, ਸਾਰੇ ਪਾਸੇ ਬੱਲੇ ਬੱਲੇ ਹੋ ਗਈ ਜੀ, ਤੁਹਾਨੂੰ ਅਸੀਂ ਆਹ ਦੇਵਾਂਗੇ, ਤੁਹਾਨੂੰ ਅਸੀਂ ਆਹ ਅਲਾਊਂਸ ਦੇਵਾਂਗੇ, ਪਰ ਸਾਨੂੰ ਮਿਲਿਆ ਕੁਝ ਵੀ ਨਹੀਂ। ਜਦ ਕਿ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੀਆਂ ਤੁਸੀਂ ਮੰਗਾਂ ਦੱਸਦੇ ਆ ਵੀ ਉਹ ਕਿੰਨੀਆਂ ਹੈਗੀਆਂ ਤੇ ਕਿਹੜੀਆਂ ਹੈਗੀਆਂ? ਦੇਖੋ ਸਾਡੀ ਜਿਹੜੀ ਸਭ ਤੋਂ ਪਹਿਲੀ ਮੰਗ ਜਿਹੜੀ ਆ ਉਹ ਅਸੀਂ ਬਾਰ-ਬਾਰ ਜਿਹੜੀ ਪਹਿਲਾਂ ਵੀ ਰਿਪੀਟ ਕਰ ਚੁੱਕੇ ਹਾਂ ਕਿ ਸਾਡੀ ਜਿਹੜੀ ਪਹਿਲੀ ਮੰਗ ਹੈ ਉਹ ਹੈਗੀ ਆ ਸਾਡੀ ਪੇ ਕਮਿਸ਼ਨ ਦੇ ਨਾਲ ਰਿਲੇਟਡ। ਜਿਹੜੀ ਛੇਵਾਂ ਪੇ ਕਮਿਸ਼ਨ ਆ ਉਹਦੇ ਵਿੱਚ ਜਿਹੜੇ ਵੀ ਉਹਨਾਂ ਨੇ 2-3 ਫੈਕਟਰ ਦਿੱਤੇ ਹੋਏ ਹਨ, 2.25 ਵਾਲੇ, 2.59 ਵਾਲੇ, ਇਹ ਜਿਹੜੇ ਆ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਦੇ ਲਈ ਦਿੱਤੇ ਹੈਗੇ ਆ ਕਿ ਮੁਲਾਜ਼ਮਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣਾ ਸਿਲੈਕਸ਼ਨ ਕਰਕੇ ਤੁਸੀਂ ਆਪਣਾ ਜਿਹੜਾ ਆ ਸਿਲੈਕਸ਼ਨ ਜਿਹੜੀ ਆ ਦੇ ਦਿਓ, ਆਪਣਾ ਆਪਸ਼ਨ ਕਲਿੱਕ ਕਰਕੇ ਦੇ ਦਿਓ, ਜਦ ਕਿ ਇਹ ਮੁਲਾਜ਼ਮਾਂ ਨੇ ਥੋੜੀ ਦੇਖਣਾ ਹੈਗਾ ਆ। ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਸਾਰੇ ਮੁਲਾਜ਼ਮਾਂ ਨੂੰ ਇੱਕੋ ਹੀ ਕੈਟੇਗਰੀ ਦੇ ਵਿੱਚ ਰੱਖਣ, ਸਾਰੇ ਮੁਲਾਜ਼ਮਾਂ ਨੂੰ ਇਕੁਅਲ ਵਰਕ ਇਕੁਅਲ ਪੇ ਦਿੱਤਾ ਜਾਵੇ। ਤੇ ਦੂਜੀ ਜਿਹੜੀ ਸਾਡੀ ਮੇਨ ਮੰਗ ਇਹ ਆ ਕਿ ਸਾਨੂੰ ਜਿਹੜੇ ਬਣਦੇ ਸਾਡੇ ਅਲਾਊਂਸ ਦਿੱਤੇ ਜਾਣ, ਜਿਵੇਂ ਕਿ ਰਿਸਕ ਅਲਾਊਂਸ ਹੋ ਗਿਆ, ਯੂਨੀਫਾਰਮ ਅਲਾਊਂਸ ਹੋ ਗਿਆ, ਠੀਕ ਹੈ, ਨਾਈਟ ਡਿਊਟੀ ਅਲਾਊਂਸ ਹੈ, ਅਸੀਂ ਨਾਈਟ ਡਿਊਟੀਜ਼ ਕਰਦੇ ਹਾਂ, ਉਹਦੇ ਲਈ ਜਿਹੜਾ ਵੱਖਰਾ ਸਾਨੂੰ ਨਾਈਟ ਡਿਊਟੀ ਅਲਾਊਂਸ ਦਿੱਤਾ ਜਾਵੇ। ਤੇ ਰਿਸਕ ਅਲਾਊਂਸ ਦੇ ਵਿੱਚ ਇਹ ਸੀਗਾ ਕਿ ਜਿੱਦਾਂ ਹੁਣ ਅਸੀਂ ਬਹੁਤ ਹੀ ਰਿਸਕੀ ਜਿਹੜੇ ਪੇਸ਼ੈਂਟ ਹੁੰਦੇ, ਕੋਈ HIV ਪੋਜ਼ਿਟਿਵ ਆ, HCV ਪੋਜ਼ਿਟਿਵ ਪੇਸ਼ੈਂਟ ਆ, ਤੇ ਸਭ ਤੋਂ ਮੇਨ ਜਿਹੜੇ ਆ ਕਿ ਪਿਛਲੇ 2 ਸਾਲਾਂ ਤੋਂ ਜਿਹੜੇ ਕੋਵਿਡ ਦੇ ਪੇਸ਼ੈਂਟ ਸੀਗੇ ਜਿਨ੍ਹਾਂ ਲਈ ਪ੍ਰਾਈਵੇਟ ਹਸਪਤਾਲਾਂ ਨੇ ਵੀ ਜਿਹੜਾ ਮੂੰਹ ਮੋੜ ਲਿਆ ਸੀਗਾ, ਅਸੀਂ ਬਿਲਕੁਲ ਵੀ ਅਸੀਂ ਨਾ ਨਹੀਂ ਕੀਤੀ ਉਹਨਾਂ ਨੂੰ ਅਟੈਂਡ ਕਰਨ ਤੋਂ। ਅਸੀਂ ਉਹਨਾਂ ਨੂੰ ਵੀ ਦਿਨ ਰਾਤ ਅਸੀਂ 24/7 ਆਪਣੀਆਂ ਸਰਵਿਸਿਜ਼ ਦੇ ਕੇ ਪੇਸ਼ੈਂਟਸ ਨੂੰ ਠੀਕ ਕੀਤਾ ਆ। ਬਹੁਤ ਸਾਰੇ ਪੇਸ਼ੈਂਟ ਇੱਥੋਂ ਸਾਡੇ ਕੋਲੋਂ ਠੀਕ ਹੋ ਕੇ ਸਾਡਾ ਧੰਨਵਾਦ ਕਰਕੇ ਗਏ ਆ। ਚਲੋ ਸਾਡੀ ਡਿਊਟੀ ਵੀ ਬਣਦੀ ਹੈ ਤੇ ਇਸ ਲਈ ਅਸੀਂ ਕਿਹਾ ਸੀ ਕਿ ਸਾਡਾ ਰਿਸਕ ਅਲਾਊਂਸ ਵੀ ਸਾਨੂੰ ਮਿਲਣਾ ਚਾਹੀਦਾ ਕਿ ਅਸੀਂ ਇੰਨੇ ਰਿਸਕ ਦੇ ਵਿੱਚ ਅਸੀਂ ਡਿਊਟੀਆਂ ਕਰਦੇ ਹਾਂ, ਅਸੀਂ ਆਪਣੀਆਂ ਪਰਿਵਾਰਾਂ ਦੇ ਵਿੱਚ ਜਾਂਦੇ ਹਾਂ, ਸਾਡੇ ਬੱਚੇ ਆ ਛੋਟੇ, ਅਸੀਂ ਇੰਨੇ ਰਿਸਕ ਵਾਲੇ ਪੇਸ਼ੈਂਟ ਅਟੈਂਡ ਕਰਕੇ ਆਪਣੇ ਬੱਚਿਆਂ ਨੂੰ ਜਾ ਕੇ ਦੇਖਣਾ ਹੁੰਦਾ ਆ, ਹਨਾ। ਤੇ ਇਹ ਸੀਗਾ ਕਿ ਸਾਡੇ ਜਿਹੜੇ ਬਣਦੇ ਅਲਾਊਂਸ ਸਾਨੂੰ ਦਿੱਤੇ ਜਾਣ। ਇੱਕ ਜਿਹੜੀ ਤੀਜੀ ਮੰਗ ਸੀਗੀ ਸਾਡੀ ਕਿ ਸਾਡਾ ਜਿਹੜਾ ਨਰਸਿੰਗ ਕੇਡਰ ਦਾ ਜਿਹੜਾ ਆ ਡੈਜ਼ਿਗਨੇਸ਼ਨ ਜਿਹੜਾ ਆ ਉਹ ਸਟਾਫ ਨਰਸ ਤੋਂ ਨਰਸਿੰਗ ਆਫੀਸਰ ਕੀਤਾ ਜਾਵੇ। ਇਹ ਤਾਂ ਜਿਹੜਾ ਡੈਜ਼ਿਗਨੇਸ਼ਨ ਚੇਂਜ ਕਰਨਾ ਆ ਇਹ ਤਾਂ ਸਰਕਾਰ ਕਰ ਸਕਦੀ ਹੈ, ਇਹਦੇ ਵਿੱਚ ਤਾਂ ਕੋਈ ਸਰਕਾਰ ਦੀ ਕੋਈ ਖਜ਼ਾਨੇ ਤੇ ਬੋਝ ਨਹੀਂ ਪਏਗਾ ਜਾਂ ਕੁਝ ਵੀ ਹੈ। ਇਹ ਤਾਂ ਸਿਰਫ ਇੱਕ ਨੋਮੀਨੇਸ਼ਨ ਆ ਜੋ ਚੇਂਜ ਕਰਨਾ ਆ, ਉਹ ਤਾਂ ਸਰਕਾਰ 1 ਮਿੰਟ 'ਚ ਆਰਡਰ ਕੱਢ ਸਕਦੀ ਆ, ਬਟ ਉਹ ਵੀ ਸਾਡੀ ਮੰਗ ਨਹੀਂ ਪੂਰੀ ਕੀਤੀ ਗਈ ਅਜੇ ਤੱਕ। ਤੇ ਬਾਕੀ ਚੌਥੀ ਮੇਨ ਸਾਡੀ ਮੰਗ ਸੀਗੀ ਕਿ ਸਾਡੇ ਜਿੰਨੇ ਵੀ ਜਿਹੜੇ ਕੱਚੇ ਮੁਲਾਜ਼ਮ ਆ, ਜਿਹੜੀਆਂ ਸਾਡੀਆਂ ਕੱਚੀਆਂ ਸਟਾਫ ਨਰਸਿਸ NHM ਦੇ ਅੰਡਰ ਆ ਜਾਂ ਠੇਕੇ ਤੇ ਜਿਹੜੀਆਂ ਸਾਡੀਆਂ ਸਟਾਫ ਨਰਸਿਸ ਰੱਖੀਆਂ ਗਈਆਂ ਆ, ਉਹਨਾਂ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਉਹਨਾਂ ਨੇ ਵੀ ਸਾਡੇ ਨਾਲ ਬਰਾਬਰ ਮਿਲ ਕੇ ਕੰਮ ਕੀਤਾ ਹੈ। ਕੋਵਿਡ ਦੇ ਦੌਰਾਨ ਵੀ ਉਹ ਪਿੱਛੇ ਨਹੀਂ ਹਟੀਆਂ ਹੈਗੀਆਂ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਾਨੂੰ ਤਨਖਾਹ ਘੱਟ ਮਿਲਦੀ ਹੈ ਜਾਂ ਕੁਝ ਵੀ ਹੈ। ਤੇ ਇਹ ਮਤਲਬ ਉਹਨਾਂ ਨੇ ਪੂਰਾ ਬਰਾਬਰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ 2 ਸਾਲਾਂ ਦੇ ਵਿੱਚ ਕੰਮ ਕੀਤਾ ਆ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਵੀ ਸਾਡੇ ਲੈਵਲ ਤੇ ਆਣ ਔਰ ਉਹਨਾਂ ਨੂੰ ਵੀ ਬਣਦੀ ਉਹਨਾਂ ਦੀ ਜਿਹੜੀ ਤਨਖਾਹ ਦਿੱਤੀ ਜਾਵੇ, ਪਰ ਉਹ ਵੀ ਮੰਗ ਜਿਹੜੀ ਆ ਸਰਕਾਰ ਨੇ ਇਗਨੋਰ ਕੀਤੀ ਹੋਈ ਆ, ਉਹਦੇ ਤੇ ਵੀ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਹੈਗਾ ਸਰਕਾਰ ਵੱਲੋਂ। ਤੇ ਇਸ ਕਰਕੇ ਅਸੀਂ ਹੁਣ ਪਿਛਲੇ ਜਿੱਦਾਂ ਮਹੀਨੇ ਅਸੀਂ 8 ਨਵੰਬਰ ਤੋਂ ਜੋ ਸਟ੍ਰਾਈਕ ਆਪਣੀ ਸ਼ੁਰੂ ਕੀਤੀ ਹੋਈ ਸੀਗੀ, ਤੇ ਸਾਨੂੰ ਸੀਗਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਏਗੀ। ਤੇ ਸਾਡੇ ਮੀਟਿੰਗਾਂ ਵੀ ਹੋਈਆਂ, ਸਾਡੇ ਨਰਸਿੰਗ ਜਿਹੜੇ ਯੂਨੀਅਨ ਦੇ ਪ੍ਰਧਾਨ ਆ ਉਹਨਾਂ ਨੇ 1-2 ਮੀਟਿੰਗਾਂ ਕੀਤੀਆਂ ਸਾਡੇ ਸਿਹਤ ਮੰਤਰੀ ਸਾਹਿਬ ਨਾਲ, ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਇਹ ਦਵਾਇਆ ਸੀਗਾ ਕਿ ਤੁਸੀਂ ਆਪਣੇ ਸਟ੍ਰਾਈਕ ਕਾਲ ਆਫ ਕਰ ਦਿਓ, ਆਪਣੇ ਕੰਮਾਂ ਤੇ ਵਾਪਸ ਜਾਓ ਤੇ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ। ਤੇ ਬਟ ਉਹਨਾਂ ਵੱਲੋਂ ਸਾਨੂੰ ਕੋਈ ਵੀ ਨਾ ਤਾਂ ਰਿਟਨ ਦੇ ਵਿੱਚ ਨੋਟੀਫਿਕੇਸ਼ਨ ਮਿਲਿਆ ਔਰ ਨਾ ਹੀ ਦੁਬਾਰਾ ਉਹਨਾਂ ਨੇ ਸਾਨੂੰ ਇਸ ਮਾਮਲੇ ਤੇ ਕੋਈ ਸਾਨੂੰ ਆਪਣਾ ਫੈਸਲਾ ਦਿੱਤਾ ਕਿ ਅਸੀਂ ਤੁਹਾਡੀਆਂ ਮੰਗਾਂ ਮੰਨੀਆਂ ਜਾਂ ਨਹੀਂ। ਤੇ ਅਸੀਂ 1 ਮਹੀਨਾ ਹੁਣ ਵੇਟ ਕਰਕੇ ਅਸੀਂ ਅੱਜ ਫੇਰ ਹੁਣ 7 ਤਰੀਕ ਤੋਂ ਅਸੀਂ ਸਾਰਾ ਨਰਸਿੰਗ ਸਟਾਫ ਜੋ ਹੈ ਪੰਜਾਬ ਦਾ ਅਸੀਂ ਫੇਰ ਅਣਮਿੱਥੇ ਸਮੇਂ ਲਈ ਅਸੀਂ ਸਟ੍ਰਾਈਕ ਤੇ ਜਾ ਰਹੇ ਹਾਂ। ਇਹ ਜਿੱਦਾਂ ਗੱਲ ਕਰ ਲਈ ਤੁਸੀਂ ਦੱਸਿਆ ਵੀ ਇਸ ਤੋਂ ਵਾਅਦਾ ਵੀ ਕੀਤਾ ਸੀ, ਕਿਹਾ ਵੀ ਸੀਗਾ, ਮੀਟਿੰਗਾਂ ਵੀ ਕੀਤੀਆਂ, ਪਰ ਕੀ ਲੱਗਦਾ ਕਾਰਨ ਕੀ ਲੱਗਦਾ ਵੀ ਸਰਕਾਰ ਅਜਿਹਾ ਤੁਹਾਡੇ ਨਾਲ ਕਿਉਂ ਕਰ ਰਹੀ ਹੈ? ਤੁਸੀਂ ਪਹਿਲਾਂ ਵੀ ਦੱਸਿਆ ਵੀ ਕੋਵਿਡ 'ਚ ਜਿੱਦਾਂ ਸਰਕਾਰ ਨੇ ਕਿਹਾ ਤੁਸੀਂ ਕੰਮ ਕੀਤਾ, ਹੁਣ ਜੇ ਅਗਲੀ ਲਹਿਰ ਵੀ ਆਉਂਦੀ ਹੈ ਜਿੱਦਾਂ ਸਰਕਾਰ ਅਲਰਟ ਕਰ ਤੁਸੀਂ ਫਿਰ ਵੀ ਤਿਆਰ ਹੋ, ਪਰ ਸਰਕਾਰ ਤੁਹਾਨੂੰ ਕਿੱਥੇ ਲੱਗਦਾ ਵੀ ਅਜਿਹਾ ਤੁਹਾਡੇ ਨਾਲ ਕਿਉਂ ਕਰਦੀ ਪਈ ਹੈ?
ਦੇਖੋ ਇਹ ਤਾਂ ਹੁਣ ਸਾਨੂੰ ਵੀ ਨਹੀਂ ਪਤਾ ਕਿ ਸਰਕਾਰ ਇਹ ਕਿਉਂ ਕਰ ਰਹੀ ਹੈ ਇਹ ਸਾਰਾ ਕੁਝ, ਕਿ ਹਾਂ ਕੋਈ ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾਂ ਜੋ ਹੈ ਮੰਨਣੀਆਂ ਕੋਈ ਇੰਨੀ ਜ਼ਿਆਦਾ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਅਸੀਂ ਉਹਨਾਂ ਨੂੰ ਚੁਣਿਆ ਆ ਆਪਣੇ ਲਈ, ਠੀਕ ਹੈ। ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਆਪਣੇ ਲਈ ਤਾਂ ਚੁਣਿਆ ਸੀਗਾ ਕਿ ਹਾਂ ਉਹ ਸਾਡੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਸੌਰਟ ਆਊਟ ਕਰਨਗੇ, ਜੋ ਵੀ ਸਾਡੇ ਲੀਡਰ ਸਾਹਿਬਾਨ ਆ। ਪਰ ਉਹ ਸਾਡੀ ਗੱਲ ਕਿਉਂ ਨਹੀਂ ਸੁਣ ਰਹੇ ਹੈਗੇ, ਇਹਦੇ ਬਾਰੇ ਤਾਂ ਹੁਣ ਇਹ ਉਹੀ ਜਾਣ ਸਕਦੇ ਆ। ਬਾਕੀ ਜੋ ਤੀਜੀ ਲਹਿਰ ਦੀ ਗੱਲ ਕਰਦੇ ਆ ਕੋਵਿਡ ਦੀ, ਉਹ ਸਾਨੂੰ ਇੰਟੀਮੇਸ਼ਨਸ ਆ ਰਹੀਆਂ ਆ ਕਿ ਓਮੀਕਰੋਨ ਵਾਇਰਸ ਜਿਹੜਾ ਆ ਆਪਣੇ ਇੰਡੀਆ ਦੇ ਵਿੱਚ ਐਂਟਰ ਹੋ ਚੁੱਕਾ ਆ, ਤੇ ਅਸੀਂ ਮਤਲਬ ਚਲੋ ਰੱਬ ਨਾ ਕਰੇ ਕਿ ਉਹ ਸਾਡੇ ਪੰਜਾਬ 'ਚ ਜਾਂ ਕਿਤੇ ਵੀ ਹੋਰ ਜ਼ਿਆਦਾ ਫੈਲ ਜਾਂਦਾ ਜਾਂ ਕਿੱਦਾਂ ਵੀ, ਤਾਂ ਅਸੀਂ ਉਹਦੇ ਲਈ ਪੂਰੇ ਆਪਣੇ ਤਨਦੇਹੀ ਨਾਲ ਤਿਆਰ ਆ ਕਿ ਅਸੀਂ ਆਪਣੀਆਂ 24/7 ਸਰਵਿਸਿਜ਼ ਜਿੱਦਾਂ ਅਸੀਂ ਕੋਵਿਡ ਦੇ ਵਿੱਚ ਦਿੱਤੀਆਂ ਅਸੀਂ ਇਹਦੇ ਵਿੱਚ ਵੀ ਦੇਵਾਂਗੇ। ਪਰ ਇਹ ਆ ਕਿ ਸਰਕਾਰ ਜਿਹੜੀ ਆ ਉਹ ਸਾਡੀਆਂ ਵੀ ਮੰਗਾਂ ਸੁਣੇ, ਸਾਡੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਸੋਲਵ ਕਰੇ। ਅਸੀਂ ਤਾਂ ਹੀ ਮਤਲਬ ਅਸੀਂ ਖੁਸ਼ ਹੋ ਕੇ ਜਾਂ ਕਹਿ ਲਓ ਕਿ ਇੱਕ ਹੌਸਲਾ ਮਿਲ ਜਾਂਦਾ ਆ ਇੱਕ ਮੁਲਾਜ਼ਮ ਨੂੰ ਕਿ ਹਾਂ ਸਰਕਾਰ ਨੇ ਸਾਡੇ ਬਾਰੇ ਕੁਝ ਸੋਚਿਆ, ਤਾਂ ਅਸੀਂ ਵੀ ਮਤਲਬ ਦੁੱਗਣੇ ਉਤਸ਼ਾਹ ਦੇ ਨਾਲ ਅਸੀਂ ਆਪਣਾ ਕੰਮ ਕਰੀਏ। ਪਰ ਸਰਕਾਰ ਕਿਉਂ ਨਹੀਂ ਸੋਚ ਰਹੀ ਇਹਨਾਂ ਮੰਗਾਂ ਬਾਰੇ? ਹੁਣ ਇਹ ਤਾਂ ਦੇਖੋ ਸਾਡੀ ਅਪੀਲ ਆ ਆਪਣੇ ਪੰਜਾਬ ਸਰਕਾਰ ਨੂੰ ਕਿ ਸਾਡੇ ਜਿਹੜੀਆਂ ਮੰਗਾਂ ਇਹਨਾਂ ਨੂੰ ਪੂਰੀਆਂ ਕੀਤਾ ਜਾਵੇ। ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਵੀ ਇੱਕ ਰਿਕੁਐਸਟ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਆ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ, ਤਾਂ ਜੋ ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਅਸੀਂ ਫੇਰ ਪਹਿਲਾਂ ਵਾਂਗੂ ਉਤਸ਼ਾਹ ਦੇ ਨਾਲ ਆਪਣਾ ਕੰਮ ਕਰੀਏ। ਜਿੱਦਾਂ ਤੁਸੀਂ ਕਿਹਾ ਵੀ ਚਾਹੇ ਕੋਈ ਵੀ ਸਮਾਂ ਆ ਜਾਂਦਾ, ਪਹਿਲਾਂ ਵੀ ਤੁਸੀਂ ਸੇਵਾਵਾਂ ਨਿਭਾਈਆਂ, ਹੁਣ ਵੀ ਜੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੁਸੀਂ ਨਿਭਾਓਗੇ। ਪਰ ਜੇ ਆਪਾਂ ਦੇਖੀਏ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਮੁਕੰਮਲ ਹੜਤਾਲ ਤੇ ਆਪਾਂ ਚਲੇ ਗਏ ਆ, ਤਾਂ ਜਿਹੜੇ ਹੁਣ ਇੱਥੇ ਪੇਸ਼ੈਂਟ ਆਉਂਦੇ ਆ ਜਿਹੜੇ ਰੈਗੂਲਰ ਪੇਸ਼ੈਂਟ ਹੈ, ਫਿਰ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾ ਰਿਹਾ? ਦੇਖੋ ਅਸੀਂ ਸਾਡੇ ਹਸਪੀਟਲ 'ਚ ਅਸੀਂ ਇਨਡੋਰ ਤਾਂ ਟੋਟਲੀ ਬੰਦ ਕਰ ਦਿੱਤਾ ਹੈ, ਕਿਉਂਕਿ ਸਾਡੀ ਜੋ ਨਾਰਾਜ਼ਗੀ ਹੈ, ਸਾਡੀ ਹੜਤਾਲ ਕਾਮਯਾਬ ਹੋ ਸਕੇ ਤਾਂ ਹੀ ਕਾਮਯਾਬ ਹੋਏਗੀ ਕਿ ਜਦੋਂ ਅਸੀਂ ਲੋਕ ਪਰੇਸ਼ਾਨ ਹੋਣਗੇ ਤਾਂ ਸਰਕਾਰ ਤੱਕ ਆਵਾਜ਼ ਜਾਏਗੀ। ਪਰ ਇਹ ਆ ਕਿ ਅਸੀਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਤੇ ਲੇਬਰ ਰੂਮ ਜਿਹੜੇ ਸਾਡੇ ਗਾਇਨੀ ਵਿਭਾਗ ਦੀਆਂ ਜਿਹੜੀਆਂ ਮਦਰ ਐਂਡ ਚਾਈਲਡ ਹੈਲਥ ਸੇਵਾਵਾਂ ਆ, ਅਸੀਂ ਉਹ ਜਿਹੜੀਆਂ ਬਹਾਲ ਰੱਖਾਂਗੇ, ਕਿਉਂਕਿ ਅਸੀਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸੇਵਾਵਾਂ ਬੰਦ ਨਹੀਂ ਕਰਾਂਗੇ। ਪਰ ਜੋ ਸਾਡਾ ਇਨਡੋਰ ਹੈ, ਜੋ ਸਾਡੀਆਂ ਐਡਮਿਸ਼ਨਸ ਹਨ, ਉਹ ਅਸੀਂ ਐਡਮਿਸ਼ਨਸ ਜਿਹੜੀਆਂ ਉਹ ਨਹੀਂ ਕਰਾਂਗੇ। ਫਿਰ ਇਹਨੂੰ ਸਾਰੇ ਨੂੰ ਹੁਣ ਮੈਨੇਜ ਕਿੱਦਾਂ ਕਰ ਰਹੇ ਆ? ਜੇ ਕੋਈ ਐਮਰਜੈਂਸੀ ਆ ਜਾਂਦੀ ਜਾਂ ਕਿੱਦਾਂ, ਫਿਰ ਕਿੱਦਾਂ ਕਰਦੇ ਤੁਸੀਂ? ਦੇਖੋ ਕੋਈ ਜਿੱਦਾਂ ਪੇਸ਼ੈਂਟ ਆ ਰਿਹਾ ਆ ਜਾਂ ਕੋਈ ਐਮਰਜੈਂਸੀ ਆਏਗੀ, ਤਾਂ ਅਸੀਂ ਜਿਹੜੇ ਵੀ ਸਾਡੇ ਐਮਰਜੈਂਸੀ ਦੇ ਵਿੱਚ ਸਾਡੇ ਡਾਕਟਰ ਸਾਹਿਬਾਨ ਬੈਠੇ ਹੋਏ ਹਨ, ਅਸੀਂ ਉਹਨਾਂ ਨੂੰ ਅਸੀਂ ਇੰਟੀਮੇਸ਼ਨ ਦੇ ਦਿੱਤੀ ਹੈ ਕਿ ਡਾਕਟਰ ਸਾਹਿਬ ਕੋਈ ਵੀ ਪੇਸ਼ੈਂਟ ਐਮਰਜੈਂਸੀ ਪੇਸ਼ੈਂਟ ਆਉਂਦਾ ਆ ਤਾਂ ਤੁਸੀਂ ਸਾਨੂੰ ਸਾਡੇ ਵਿੱਚੋਂ ਜੋ ਵੀ ਆ ਸਟਾਫ ਨਰਸਿਸ ਨੂੰ ਤੁਸੀਂ ਸਾਨੂੰ ਦੱਸ ਦੇਣਾ ਹੈ, ਅਸੀਂ ਉਹਨੂੰ ਫਸਟ ਏਡ ਦੇ ਦਾਂਗੇ। ਬਟ ਅਸੀਂ ਉਸ ਪੇਸ਼ੈਂਟ ਨੂੰ ਅਸੀਂ ਐਡਮਿਟ ਨਹੀਂ ਕਰਾਂਗੇ, ਕਿਉਂਕਿ ਐਡਮਿਸ਼ਨ ਅਸੀਂ ਬਿਲਕੁਲ ਨਹੀਂ ਕਰਾਂਗੇ, ਤੇ ਫਸਟ ਏਡ ਦੇ ਕੇ ਜੋ ਵੀ ਹੈ ਪੇਸ਼ੈਂਟ ਨੂੰ ਅਸੀਂ ਸਟੇਬਲ ਕਰਕੇ ਅਸੀਂ ਉਹਨੂੰ ਅੱਗੇ ਭੇਜ ਦਾਂਗੇ ਕਿ ਪੇਸ਼ੈਂਟ ਜਿਹੜਾ ਆ ਉਹ ਫਿਰ ਅੱਗੇ ਜਿੱਥੇ ਵੀ ਆਪਣਾ ਟ੍ਰੀਟਮੈਂਟ ਕਰਾ ਸਕਦਾ ਹੈ ਉਹ ਆਪਣੀ ਵਿਲਿੰਗਨੈਸ ਨਾਲ। ਤੇ ਇਹ ਸਨ ਸਾਡੇ ਨਾਲ ਨਰਸਿੰਗ ਸਟਾਫ ਜਿਹੜੀਆਂ ਜਿਸ ਤਰ੍ਹਾਂ ਸੇਵਾਵਾਂ ਇਹ ਨਿਭਾ ਰਹੇ ਨੇ, ਇਹਨਾਂ ਨਾਲ ਗੱਲ ਕੀਤੀ ਹੈ ਵੀ ਕਿਸ ਤਰ੍ਹਾਂ ਉਹ ਕੀ ਉਹਨਾਂ ਦੀਆਂ ਮੰਗਾਂ ਹੈਗੀਆਂ, ਸਰਕਾਰ ਕਿਸ ਤਰ੍ਹਾਂ ਉਹਨਾਂ ਨਾਲ ਜਿਹੜੀ ਵਾਅਦਾ ਖਿਲਾਫੀ ਵਾਰ-ਵਾਰ ਕਰਦੀ ਪਈ ਹੈ, ਕੋਈ ਜਿਹੜੀ ਮੰਗ ਹੈ ਇਹਨਾਂ ਦੀ ਪੂਰਨੀ ਹਜੇ ਤੱਕ ਚੜ੍ਹ ਸਕੀ, ਤੇ ਕਿਸ ਤਰ੍ਹਾਂ ਇਹ ਸਟ੍ਰਾਈਕ ਦੁਬਾਰਾ ਸਟ੍ਰਾਈਕ ਤੇ ਆ ਰਹੇ ਨੇ। ਪਰ ਫਿਰ ਵੀ ਜਿਹੜੀਆਂ ਲੋਕ ਹਿੱਤ ਲਈ ਜਿਹੜੀਆਂ ਸੇਵਾਵਾਂ ਆ ਉਹ ਕਿਸ ਤਰ੍ਹਾਂ ਇਹ ਮੈਨੇਜ ਕਰਦੇ ਪਏ ਆ, ਕਿਸ ਤਰ੍ਹਾਂ ਮੁਕੰਮਲ ਹੜਤਾਲ ਤੇ ਜਾਣਗੇ। ਇਸੇ ਤਰ੍ਹਾਂ ਸਾਡੇ ਨਾਲ ਹੋਰ ਵੀ ਹੈ ਨੇ। ਤੇ ਮੈਡਮ ਹੁਣ ਦੇਖੀਏ ਤਾਂ ਜਿਸ ਤਰ੍ਹਾਂ ਤੁਹਾਨੂੰ ਦੁਬਾਰਾ ਸਟ੍ਰਾਈਕ ਤੇ ਆਉਣਾ ਪਿਆ, ਕੀ ਹੁਣ ਤੁਹਾਨੂੰ ਲੱਗਦਾ ਵੀ ਜਿਸ ਤਰ੍ਹਾਂ ਸਟ੍ਰਾਈਕ ਦੁਬਾਰਾ ਛੇੜੀ ਪਈ ਹੁਣ ਸਰਕਾਰ ਤੁਹਾਡੀ ਮੰਨ ਜਾਏਗੀ, ਪਹਿਲਾਂ ਨਹੀਂ ਮੰਨੀ? ਇਹ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਇਸੇ ਬਾਰੇ ਕਿ ਹੁਣ ਮੰਨਦੀ ਕਿ ਨਹੀਂ ਮੰਨਦੀ, ਪਰ ਅਸੀਂ ਹੁਣ ਇਸ ਵਕਤ ਆਪਣਾ ਸਾਰਾ ਕੁਝ ਛੱਡ ਕੇ ਸਟ੍ਰਾਈਕ ਤੇ ਆਏ ਕਿ ਸ਼ਾਇਦ ਉਹਨਾਂ ਨੂੰ ਕੁਝ ਮਹਿਸੂਸ ਹੋ ਜਾਏ ਕਿ ਜਿਸ ਤਰ੍ਹਾਂ ਪੇਸ਼ੈਂਟ ਇੰਨੀ ਪ੍ਰੋਬਲਮ 'ਚ ਆ, ਹੁਣ ਜੇ ਇਹਨਾਂ ਦਾ ਸਾਰਾ ਕੁਝ ਬੰਦ ਹੈ, OPD ਬੰਦ ਹੈ, ਆਪਣਾ OT ਬੰਦ ਹੈ, ਲੇਬਰ ਰੂਮ ਬੰਦ ਹੈ, ਐਮਰਜੈਂਸੀ ਬੰਦ ਹੈ, ਹੋ ਸਕਦਾ ਕਿ ਥੋੜ੍ਹਾ ਉਹਨਾਂ ਨੂੰ ਕੁਝ ਮਹਿਸੂਸ ਹੋਏ। ਅਗਰ ਉਹ ਫਿਰ ਵੀ ਨਹੀਂ ਮਹਿਸੂਸ ਕਰਦੇ ਤਾਂ ਫਿਰ ਇਹਦੇ ਵਿੱਚ ਤਾਂ ਸਾਡਾ ਕੋਈ ਉਹ ਫਾਲਟ ਨਹੀਂ ਹੈਗਾ, ਕਿਉਂਕਿ ਅਸੀਂ ਆਪਣੀ ਮੰਗਾਂ ਨਹੀਂ ਲੜ ਰਹੇ ਹਾਂ। ਇਹ ਅਸੀਂ ਕੋਈ ਇੰਨੀ ਕੋਈ ਵੱਡੀਆਂ ਮੰਗਾਂ ਨਹੀਂ ਰੱਖੀਆਂ, ਜਿਹੜੀਆਂ ਸਾਡੀਆਂ ਬਹੁਤ ਜ਼ਰੂਰੀ ਉਹੀ ਹੈ ਜੋ ਬਹੁਤ ਚਿਰ ਤੋਂ ਹੀ ਅਸੀਂ ਕਹਿ ਰਹੇ ਸੀਗੇ, ਪਰ ਅਸੀਂ ਉਦੋਂ ਤੱਕ ਕਦੀ ਸਟ੍ਰਾਈਕ ਨਹੀਂ ਕੀਤੀ। ਬਹੁਤ ਦੇਰ ਬਾਅਦ ਸਾਡਾ ਇਹ ਸਟ੍ਰਾਈਕ ਦਾ ਆਇਆ, ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡਾ ਸਾਰਾ ਕੁਛ ਹੀ ਡਾਊਨ ਹੀ ਕਰ ਦਿੱਤਾ, ਸਾਨੂੰ C ਤੋਂ ਵੀ D ਤੇ ਹੀ ਲਿਆ ਰਹੇ ਨੇ, ਅੱਗੇ B ਤੇ ਸੀਗਾ ਨਾ, ਫਿਰ ਉਹ ਦੇਖਦੇ ਹੋਏ ਸਾਡਾ ਜਿਹੜਾ ਪੇ ਸਕੇਲ ਉਹ ਵੀ 32 ਤੇ ਕਰ ਦਿੱਤਾ 46 ਤੋਂ। ਫਿਰ ਉਦੋਂ ਸਾਨੂੰ ਕਹਿੰਦੇ ਕਿ ਕਰੋਨਾ ਦੇ ਵਿੱਚ ਕਰੋਨਾ ਵਾਇਰਸ ਬਣਾਇਆ, ਉਹਦੇ ਵਿੱਚ ਡਿਊਟੀਆਂ ਵੀ ਸਾਰੀਆਂ ਮੇਰੀਆਂ ਸਟਾਫ ਨਰਸਿਸ ਜਿੰਨੀਆਂ ਭੈਣਾਂ ਸਭ ਨੇ ਆਪਣੀਆਂ ਨਿਭਾਈਆਂ, ਕੋਈ ਅਸੈਂਟਿਵ ਵੀ ਨਹੀਂ ਦਿੱਤਾ। ਕਹਿ ਰਹੇ ਤੁਹਾਨੂੰ ਅਸੈਂਟਿਵ ਮਿਲੇਗਾ, ਕੋਈ ਉਹਨਾਂ ਨੇ ਨਹੀਂ ਦਿੱਤਾ ਕਿਸੇ ਨੂੰ। ਫਿਰ ਸਾਡਾ ਜਿਹੜਾ 6th ਪੇ ਕਮਿਸ਼ਨ ਹੈ, ਇਹਦੀਆਂ ਤਰੁੱਟੀਆਂ ਵੀ ਉਹਨਾਂ ਨੇ ਠੀਕ ਨਹੀਂ ਕੀਤੀਆਂ ਹੈਗੀਆਂ, ਜਿਹੜਾ ਕਿ ਅਸੀਂ ਕਿੰਨੇ ਲੰਬੇ ਸਮੇਂ ਤੋਂ ਇਹ ਕਹਿ ਰਹੇ ਹਾਂ।
ਫਿਰ ਸਾਡੇ ਜਿਹੜੇ ਕੁਝ ਮੰਗਾਂ ਇਦਾਂ ਦੀਆਂ ਹੈਗੀਆਂ, ਸਾਡਾ ਜਿਹੜਾ ਨਰਸਿੰਗ ਕੇਡਰ ਹੈ ਉਹ ਚੇਂਜ ਨਹੀਂ ਕਰ ਰਹੇ, ਜਿਹੜਾ ਕਿ ਅਸੀਂ ਚਾਹੁੰਦੇ ਹਾਂ ਕਿ ਚੇਂਜ ਆਵਰ ਨਰਸਿੰਗ ਕੇਡਰ, ਕਿ ਸਾਨੂੰ ਆਪਣਾ ਨਰਸਿੰਗ ਆਫੀਸਰ ਦਾ ਇਹ ਕੇਡਰ ਦਿੱਤਾ ਜਾਵੇ, ਜੋ ਕਿ ਇਹ ਨਹੀਂ ਦੇ ਰਹੇ ਹੈਗੇ। ਉਹਦੇ ਵਿੱਚ ਕੋਈ ਖਾਸ ਇਹਨਾਂ ਨੂੰ ਕਰਨਾ ਵੀ ਨਹੀਂ ਪੈ ਰਿਹਾ, ਜਦ ਕਿ ਸਾਡੀਆਂ ਸਾਰੀਆਂ ਜਿਹੜੀਆਂ ਸਟਾਫ ਨਰਸਿਸ ਹੈ ਉਹ 24/7 ਸ਼ਿਫਟਿੰਗ 'ਚ ਡਿਊਟੀਆਂ ਕਰਦੇ ਆ। ਸਾਰੇ ਫੈਸਟੀਵਲ ਸਾਰੇ ਬੱਚਿਆਂ ਨੂੰ ਛੱਡ ਕੇ ਅਗਲੀਆਂ ਆਪਣੀਆਂ ਡਿਊਟੀਆਂ ਵੀ ਨਿਭਾਉਂਦੀਆਂ, ਪਰ ਸਾਨੂੰ ਇਹਦੇ ਵਿੱਚ ਕੋਈ ਫਾਇਦਾ ਵੀ ਨਹੀਂ ਹੋਇਆ, ਕਿਉਂਕਿ ਇੱਕ ਆਫੀਸਰ ਦਾ ਜਿਹੜਾ ਹੈਗਾ ਕਿ ਉਹ ਸਾਨੂੰ ਕੇਡਰ ਕਿਹੜਾ ਅਸੀਂ ਕੋਈ ਖਾਸ ਮੰਗ ਰਹੇ ਹਾਂ ਕਿ ਅਸੀਂ ਆਪਣੀਆਂ ਡਿਊਟੀਆਂ ਕਰਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਹੀ ਅਸੀਂ ਆਪਣੀ ਡੈਜ਼ਿਗਨੇਸ਼ਨ ਚੇਂਜ ਕਰਨਾ ਚਾਹੁੰਦੇ, ਜਦ ਕਿ ਇਹਨਾਂ ਨੇ ਬਾਕੀਆਂ ਦੀ ਚੇਂਜ ਕੀਤੀ, ਸਟਾਫ ਨਰਸਿਸ ਦੀ ਨਹੀਂ ਚੇਂਜ ਕੀਤੀ ਇਹਨਾਂ ਨੇ। ਹੋਰ ਸਾਡਾ ਇਹ ਹੈ ਕਿ ਸਾਡੀਆਂ ਜਿਹੜਾ ਇਹ ਹੈਗਾ ਪ੍ਰਮੋਸ਼ਨ ਬਹੁਤ ਲੇਟ ਹੈ ਸਾਡੇ ਸਟਾਫ ਨਰਸਿਸ ਦੇ ਵਿੱਚ, ਜੋ ਕਿ ਸਾਨੂੰ 30 ਸਾਲ 20 ਸਾਲ ਸਟਾਫ ਨਰਸਿਸ ਜਿਹੜੀ ਰਿਟਾਇਰ ਹੋ ਜਾਂਦੀ, ਕੋਈ ਪ੍ਰਮੋਸ਼ਨ ਨਹੀਂ ਹੁੰਦੀ, ਜਦ ਕਿ ਬਾਕੀ ਕੇਡਰ ਦੇ ਵਿੱਚ ਜਲਦੀ ਪ੍ਰਮੋਸ਼ਨ ਹੋ ਜਾਂਦੀ ਹੈ। ਅਸੀਂ 30 ਸਾਲ ਤੋਂ ਬਾਅਦ ਸਟਾਰਟਿੰਗ ਅਸੀਂ ਸਟਾਫ ਨਰਸਿਸ ਦੇ ਆਉਂਦੇ ਹਾਂ, ਅਤੇ ਜਦੋਂ ਆਪਾਂ ਹੁੰਦੇ ਹਾਂ ਰਿਟਾਇਰ, ਉਹ ਵੀ ਸਟਾਫ ਨਰਸਿਸ 'ਤੇ ਹੀ ਰਿਟਾਇਰ ਹੁੰਦੇ ਹਾਂ। ਸਾਡੀਆਂ ਉਹ ਵੀ ਨਹੀਂ ਹੈ, ਕਿਉਂਕਿ ਅਸੀਂ ਚਾਹੁੰਦੇ ਕਿ ਸਾਡੀ ਜਿਹੜੀ ਸੀਨੀਅਰਟੀ ਲਿਸਟ ਹੈ ਉਹ ਅੱਛੀ ਤਰੀਕੇ ਤਰ੍ਹਾਂ ਸੋਧ ਕਰਕੇ ਸਾਨੂੰ ਦਿੱਤੀ ਜਾਏ, ਉਹਦੇ ਵਿੱਚ ਨੰਬਰ ਆਉਣ, ਕਿਉਂਕਿ ਛੇਤੀ ਤੋਂ ਛੇਤੀ ਸਾਡੀਆਂ ਉਹ ਵੀ ਮੰਗਾਂ ਪੂਰੀਆਂ ਕਰਨ, ਕਿਉਂਕਿ ਸਾਨੂੰ ਬਹੁਤ ਦੇਰ ਤੋਂ ਅਸੀਂ ਸਟਾਫ ਨਰਸਿਸ ਹੀ ਰਹਿੰਦੇ ਹਾਂ ਕਿ ਸਾਨੂੰ 20-25 ਸਾਲ ਹੋ ਜਾਂਦੇ, ਸਾਨੂੰ ਕੋਈ ਵੀ ਇਹ ਪ੍ਰਮੋਸ਼ਨ ਨਹੀਂ ਦੇ ਰਹੇ ਹੈਗੇ। ਇਹ ਜੇ ਗੱਲ ਕਰ ਲਈ ਜਿਹੜੀ ਮੰਗਾਂ ਤੁਹਾਡੀਆਂ ਹੈਗੀਆਂ, ਇਹ ਪਿਛਲੇ ਕਿੰਨੇ ਕੁ ਸਾਲ ਤੋਂ ਹੈਗੀਆਂ ਨੇ ਚੱਲਦੀਆਂ ਕਿ ਜਾਂ ਐਸੇ ਸਰਕਾਰ ਦੇ ਸਮੇਂ ਤੋਂ ਹੀ? ਨਹੀਂ, ਕਾਫੀ ਟਾਈਮ ਤੋਂ ਚੱਲ ਰਹੀਆਂ। ਸਾਰੇ ਇਹੀ ਸਾਨੂੰ ਵਿਸ਼ਵਾਸ ਦਿਲਾਉਂਦੇ ਕਿ ਤੁਸੀਂ ਸਟ੍ਰਾਈਕ ਨਾ ਕਰੋ, ਕਾਲ ਆਫ ਕਰੋ, ਤੁਹਾਡੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ, ਹਫਤੇ 'ਚ ਪੂਰੀਆਂ ਹੋ ਜਾਣਗੀਆਂ, 3 ਦਿਨਾਂ 'ਚ ਪੂਰੀਆਂ ਹੋ ਜਾਣਗੀਆਂ। ਕੋਈ ਨਹੀਂ ਸਾਡੀ ਸੁਣਦਾ। ਅਸੀਂ 8 ਨਵੰਬਰ ਨੂੰ ਸਟ੍ਰਾਈਕ ਕੀਤੀ ਸੀ, ਕਹਿੰਦੇ ਸੀ ਕਿ ਤੁਸੀਂ ਆਪਣੀ ਕਾਲ ਆਫ ਕਰ ਲਓ, ਤੁਹਾਡੀਆਂ ਸਾਰੀਆਂ ਮੰਗਾਂ, ਜੋ ਵੀ ਸਾਡੇ ਜਿਹੜੇ ਸੀਨੀਅਰ ਸਿਸਟਰ ਗਏ ਸੀਗੇ, ਕਹਿੰਦੇ ਸੀ ਤੁਹਾਡੀਆਂ 3 ਹਫ਼ਤੇ ਦੇ ਵਿੱਚ ਤੁਹਾਡੀ ਸਾਰੀ ਨੋਟੀਫਿਕੇਸ਼ਨ ਆ ਜਾਏ, ਕੋਈ ਨੋਟੀਫਿਕੇਸ਼ਨ ਨਹੀਂ ਆਈ, ਜਿਹਦੇ ਕਰਕੇ ਸਾਨੂੰ ਦੁਬਾਰਾ ਇਹ ਸਟੈਪ ਚੱਕਣਾ ਪਿਆ, ਜਦ ਕਿ ਅਸੀਂ ਮਜਬੂਰ ਹਾਂ। ਅਸੀਂ ਚਾਹੁੰਦੇ ਵੀ ਨਹੀਂ ਹੈਗੇ ਕਿ ਕੋਈ ਆਪਾਂ ਸਟ੍ਰਾਈਕ ਕਰੀਏ, ਕਿਉਂਕਿ ਸਾਨੂੰ ਵੀ ਪਤਾ ਅਸੀਂ ਆਪਣੀ ਡਿਊਟੀ ਨੂੰ ਬਹੁਤ ਉਹ ਸਮਝਦੇ ਹੈਗੇ ਕਿ ਅਸੀਂ ਕਰਨੀ ਹੈ ਆਪਣੇ ਪੇਸ਼ੈਂਟ ਲਈ, ਆਪਣੇ ਹਸਪੀਟਲ ਲਈ, ਪਰ ਇਹ ਸਾਡਾ ਕੁਝ ਸਮਝਦੇ ਨਹੀਂ, ਸਾਡੇ ਬਾਰੇ ਕੁਝ ਇਹਨਾਂ ਦਾ ਧਿਆਨ ਹੀ ਨਹੀਂ ਹੈਗਾ। ਉਹ ਸਟਾਫ ਨਰਸਿਸ ਨੂੰ ਇੰਨਾ ਜ਼ਿਆਦਾ ਪਿੱਛੇ ਸੁੱਟਿਆ ਹੋਇਆ ਕਿ ਉਹ ਸੋਚਦੇ ਕਿ ਇਹਨਾਂ ਤੋਂ ਬਿਨਾਂ ਮੇਰੇ ਖਿਆਲ ਕੰਮ ਚੱਲਦਾ, ਜੇ ਉਹਨਾਂ ਦਾ ਚੱਲਦਾ ਹੈ ਤਾਂ ਫਿਰ ਦੇਖ ਲੈਣ ਉਹ ਹੁਣ, ਕਿਉਂਕਿ ਅਸੀਂ ਹੁਣ ਅਣਮਿੱਥੇ ਲਈ ਤੁਹਾਨੂੰ ਲੱਗਦਾ ਵੀ ਕੰਮ ਚੱਲ ਜਾਂਦਾ ਨਰਸਿੰਗ ਤੋਂ ਬਿਨਾਂ? ਇਹ ਤੇ ਹੁਣ ਇਹ ਦੱਸਣਗੇ ਨਾ, ਕਿਉਂਕਿ ਹਾਲੇ ਤਾਂ ਸਾਨੂੰ ਸੈਕਿੰਡ ਡੇ ਹੋਇਆ ਹੈ ਨਾ ਸਾਡੀ ਸਟ੍ਰਾਈਕ ਦਾ, ਹੁਣ ਇਹ ਦੱਸਣਗੇ ਕਿ ਇਹਨਾਂ ਦਾ ਕੰਮ ਚੱਲਦਾ ਕਿ ਨਹੀਂ ਚੱਲਦਾ। ਨਹੀਂ ਚੱਲੇਗਾ ਤਾਂ ਫਿਰ ਅਸੀਂ ਤਾਂ ਇਦਾਂ ਹੀ ਰਹਿਣਾ ਆਪਣੀ ਸਟ੍ਰਾਈਕ ਦੇ ਉੱਪਰ। ਹਸਪੀਟਲ ਦੇ ਬਾਕੀ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਨਾਲ ਤੁਹਾਡਾ ਜਿਹੜਾ ਸਹਿਯੋਗ ਜਾਂ ਕਿੱਦਾਂ ਦਾ ਮਿਲ ਵਰਤਨ ਹੈ ਜੀ? ਦੇਖੋ ਜੀ, ਜਿਹੜਾ ਉਹ ਤੇ ਵਧੀਆ ਹੀ ਹੈ ਉਹਨਾਂ ਦਾ ਸਾਰਿਆਂ ਦਾ। ਆਪਣੇ ਅਸੀਂ ਤਾਂ ਸਿਵਲ ਹਸਪੀਟਲ ਆਪਣੇ ਨਵਾਂ ਸ਼ਹਿਰ ਹੀ ਆਏ ਹਾਂ, ਮੈਂ ਵੈਸੇ ਬੰਗੇ ਤੋਂ ਆ, ਕਮਿਊਨਿਟੀ ਹੈਲਥ ਸੈਂਟਰ ਤੋਂ, ਹੈ ਨਾ, ਅਤੇ ਅਸੀਂ ਇੱਥੇ ਆਏ ਹਾਂ। ਇੱਥੇ ਇਹਨਾਂ ਦਾ ਸਾਰਿਆਂ ਦਾ ਅੱਛਾ ਹੈ, ਸਾਰੇ ਡਾਕਟਰ ਵੀ ਅੱਛੇ, ਇਹਨਾਂ ਦਾ ਪੈਰਾਮੈਡੀਕਲ ਸਟਾਫ ਜਿਹੜਾ ਹੋ ਰਿਹਾ ਉਹ ਵੀ ਅੱਛਾ ਸਾਥ ਦੇ ਰਿਹਾ, ਪਰ ਉਹਨਾਂ ਦੇ ਦੇਣ ਨਾਲ ਤਾਂ ਸਾਨੂੰ ਉਹ ਵਿਚਾਰਿਆਂ ਦਾ ਕੋਈ ਨਹੀਂ, ਜਦ ਤੱਕ ਸਾਡਾ ਕੋਈ ਮਿਨਿਸਟਰ ਸਾਡੀ ਗੱਲ ਨਹੀਂ ਸੁਣ ਰਿਹਾ, ਹੈ ਨਾ। ਹੈਲਥ ਮਿਨਿਸਟਰ ਨੂੰ ਚਾਹੀਦਾ, ਕਿੰਨੀ ਵਾਰੀ ਮੀਟਿੰਗਸ ਹੋਈਆਂ, ਰੋਜ਼ ਇੰਨੀ ਦੂਰ ਜਾ ਕੇ ਮੀਟਿੰਗਸ ਕਰਦੇ ਆ, ਚੰਡੀਗੜ੍ਹ 'ਚ ਆਪਣਾ ਟਾਈਮ ਹੈ ਨਾ, ਬੱਚੇ ਘਰ ਛੱਡ ਕੇ, ਤੇ ਅੱਜ ਤੁਹਾਡੀ ਸੁਣਵਾਈ ਹੋ ਜਾਏਗੀ, ਕੱਲ੍ਹ ਹੋ ਜਾਏਗੀ, ਤੁਸੀਂ ਕਾਲ ਆਫ ਕਰ ਦਿਓ ਸਟ੍ਰਾਈਕ ਨੂੰ, ਪਰ ਉਹਨਾਂ ਨੇ ਸਾਡੀ ਕੋਈ ਵੀ ਨਹੀਂ ਸੁਣੀ ਹੈਗੀ। ਸਾਨੂੰ ਦੁਬਾਰਾ ਮਜਬੂਰ ਹੋ ਕੇ ਸਟ੍ਰਾਈਕ ਤੇ ਆਉਣਾ ਪਿਆ। ਹੁਣ ਸਿਸਟਮ ਸੀਗਾ ਉਹਦੇ ਵਿੱਚ ਜਿਹੜੇ ਨਰਸਿੰਗ ਸੀਗੀਆਂ ਉਹਦੀਆਂ ਸੇਵਾਵਾਂ ਕਿਸ ਤਰ੍ਹਾਂ ਸੀਗੀਆਂ, ਜਾਂ ਤੁਹਾਡੀਆਂ ਨਵੀਆਂ ਮੰਗਾਂ ਹੈਗੀਆਂ, ਜਾਂ ਇਹ ਸਿਸਟਮ ਸਰਕਾਰਾਂ ਸਾਡਾ ਸਿਸਟਮ ਇਹ ਪੁਰਾਣਾ ਹੀ ਚੱਲ ਰਿਹਾ, ਸਾਡਾ ਕੋਈ ਨਵਾਂ ਨਹੀਂ। ਸਾਨੂੰ ਤਾਂ ਅੱਜ ਤੱਕ ਕਦੀ ਕੋਈ ਨਵੀਂ ਚੀਜ਼ ਦਿੱਤੀ ਹੀ ਨਹੀਂ ਉਹਨਾਂ ਨੇ। ਅਸੀਂ ਤਾਂ ਡਿਊਟੀਆਂ ਤੇ ਹੀ ਇੰਨੇ ਜ਼ਿਆਦਾ ਹੋ ਜਾਂਦੇ ਕਿ ਸਾਨੂੰ ਆਪਣਾ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਘਰ ਵੀ ਦੇਖਣਾ ਕਿ ਨਹੀਂ ਦੇਖਣਾ, ਇੰਨਾ ਜ਼ਿਆਦਾ ਅਸੀਂ ਡਿਊਟੀ ਨੂੰ ਆਪਣਾ ਸਮਝਦੇ ਹੈਗੇ। ਜੇ ਆਪਾਂ ਡਿਊਟੀ ਦੀ ਗੱਲ ਕਰ ਲਈਏ, ਪਹਿਲੀ ਡਿਊਟੀ ਤੇ ਹੁਣ ਦੀਆਂ ਡਿਊਟੀਆਂ 'ਚ ਕੀ ਫਰਕ ਆ ਗਿਆ? ਜਿੱਦਾਂ ਦੀ ਡਿਊਟੀ ਜ਼ਿਆਦਾ ਟਫ ਹੈ, ਕਿਉਂਕਿ ਸਾਨੂੰ ਇੰਨਾ ਰਿਟਨ ਕੰਮ ਦਿੱਤਾ ਹੋਇਆ। ਪਹਿਲੇ ਤਾਂ ਇਕੱਲੀ ਸਾਡੀ ਡਿਊਟੀ ਹੁੰਦੀ ਸੀ ਕਿ ਪਤਾ ਸੀ ਸਾਡੀ ਡਿਊਟੀ ਹੈ, ਸਾਡਾ ਪ੍ਰੈਕਟੀਕਲੀ ਕੰਮ ਹੈ। ਹੁਣ ਸਾਨੂੰ ਰਿਟਨ ਇੰਨਾ ਜ਼ਿਆਦਾ, ਬਾਕੀ ਡਿਪਾਰਟਮੈਂਟ ਦਾ ਵੀ ਸਾਰਾ ਸਾਡੇ ਸਿਰ ਤੇ ਪਾਇਆ ਹੁੰਦਾ, ਹਰ ਚੀਜ਼ ਦਾ, ਜੋ ਵੀ ਸਟਾਫ ਨੂੰ ਬੁਲਾਓ ਉਹਨੂੰ ਦੇ ਦਿਓ ਇਹ ਚਾਰਜ। ਸਾਨੂੰ ਪਤਾ ਨਹੀਂ 10-10 15-15 ਚਾਰਜ ਸਾਡੇ ਕੋਲ ਹੈ, ਇੱਕ ਸਟਾਫ ਮੈਨੇਜ ਕਰ ਰਹੀ ਹੈ ਚਾਰਜ। ਫਿਰ ਇੱਕ ਡਿਊਟੀ ਇੱਕ ਜਗ੍ਹਾ ਤੇ ਨਹੀਂ ਹੁੰਦੀ, ਜੇ OT ਕਰਨਾ ਹੈ ਡਾਇਲਸਿਸ ਕਰੋ, ਡਾਇਲਸਿਸ ਕਰਨਾ ਹੈ ਤੇ ਦੂਸਰੀਆਂ ਕੁੜੀਆਂ ਵਿਚਾਰੀਆਂ, ਇੱਕ ਇਕੱਲੀ ਕੁੜੀ ਐਮਰਜੈਂਸੀ ਪਲੱਸ ਵਾਰਡ ਦੋ ਜਗ੍ਹਾ ਤੇ ਕਰ ਰਹੀ ਹੈ ਇੱਕ ਕੁੜੀ। ਜੇ ਉੱਪਰ ਜਾਏਗੀ ਤਾਂ ਨੀਚੇ ਆਏਗੀ, ਉਹੀ ਕੁੜੀ ਨੇ ਐਮਰਜੈਂਸੀ ਹੈਂਡਲ ਕਰਨੀ, ਉਹੀ ਨੇ ਵਾਰਡ ਕਰਨਾ, ਤੇ ਫਿਰ ਉਹ ਵਿਚਾਰੀਆਂ ਜ਼ਿਆਦਾ ਪਰੇਸ਼ਾਨ ਆ। ਹੁਣ ਉਸ ਪਰੇਸ਼ਾਨੀ ਨੂੰ ਦੇਖਦੇ ਹੋਏ ਸਾਡੀਆਂ ਤਾਂ ਮੰਗਾਂ ਹੀ ਬਹੁਤ ਜਾਇਜ਼ ਹੈਗੀਆਂ, ਜਿਹੜੀਆਂ ਕਿ ਇਹਨਾਂ ਨੂੰ ਸੁਣਨੀਆਂ ਚਾਹੀਦੀਆਂ, ਜੋ ਸੁਣ ਨਹੀਂ ਰਹੇ ਸਾਡੀਆਂ। ਇਹ ਜਿਹੜੀਆਂ ਤੁਸੀਂ ਮੰਗਾਂ ਸਾਰੀਆਂ ਦੱਸੀਆਂ, ਇਹ ਪੂਰੇ ਵਿਸਤਾਰ ਨਾਲ ਉਹਨਾਂ ਨੂੰ ਸਮਝਾਈਆਂ, ਉਹ ਗੱਲ ਸੁਣਦੇ ਹੈਗੇ ਤੁਹਾਡੀ? ਫਿਰ ਉਸ ਤੋਂ ਬਾਅਦ ਕੋਈ ਕਹਿੰਦੇ? ਹਾਂ, ਸੁਣਦੇ ਹੈਗੇ ਆ, ਬੜੇ ਪਿਆਰ ਨਾਲ ਸਾਨੂੰ ਸੁਣਦੇ ਆ, ਕਹਿੰਦੇ ਆ ਤੁਹਾਡੀ ਬਸ ਤੁਸੀਂ ਕਾਲ ਆਫ ਕਰੋ, ਕਹਿੰਦੇ ਸਟ੍ਰਾਈਕ ਕਾਲ ਆਫ ਕਰੋ ਤੇ ਤੁਹਾਡੇ ਹਫਤੇ ਦੇ ਵਿੱਚ ਤੁਹਾਡੀ ਸੁਣ ਲਈ ਜਾਏਗੀ। ਪਰ ਅਸੀਂ ਵੀ ਆਪਣੇ ਕੰਮ 'ਚ ਇੰਨੀ ਜ਼ਿਆਦਾ ਉਹ ਲੀਨ ਹੋ ਜਾਂਦੇ, ਸਾਨੂੰ ਵੀ ਯਾਦ ਭੁੱਲ ਜਾਂਦਾ, ਬਾਅਦ 'ਚ ਪਤਾ ਲੱਗਦਾ ਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ। ਅਸੀਂ ਹੁੰਨੇ ਸੋਚਦੇ ਕਿ ਚੱਲ ਅੱਜ ਤੀਸਰੇ ਦਿਨ, ਕੋਈ ਚੌਥੇ ਦਿਨ ਸਾਡੀ ਕੋਈ ਨੋਟੀਫਿਕੇਸ਼ਨ ਆਉਂਦੀ, ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ ਸਾਡੇ ਕਿਸੇ ਵੀ ਕੰਮ ਲਈ। ਤੇ ਜੇ ਆਪਾਂ ਦੇਖੀਏ, ਜਿਸ ਤਰ੍ਹਾਂ ਹੁਣ ਸਰਕਾਰਾਂ ਬੜੇ ਦਾਅਵੇ ਕਰਦੀਆਂ, ਅਖਬਾਰਾਂ 'ਚ ਵੀ ਇਸ਼ਤਿਹਾਰ
ਤਿਆਰ ਆਉਂਦੇ ਆ, ਬੋਰਡ ਭਰੇ ਹੋਏ ਨੇ, ਸਾਰਾ ਕਿਹਾ ਜਾ ਰਿਹਾ ਵੀ ਇੰਨੇ ਪੱਕੇ ਕਰਤੇ, ਵੀ ਇੰਨੇ ਜਿਹੜੇ ਹਸਪੀਟਲ ਅਸੀਂ ਵਧੀਆ ਬਣਾਤੇ ਜਾਂ ਹੈਲਥ ਸਿਸਟਮ ਵਧੀਆ ਕਰ ਦਿੱਤਾ। ਵੀ ਕੀ ਲੱਗਦਾ ਸਰ, ਇਹ ਗੱਲਾਂ ਹੀ ਨੇ? ਇਹ ਗੱਲਾਂ ਹੀ ਆ ਜੀ, ਸਾਨੂੰ ਤੇ ਕੁਝ ਨਹੀਂ ਅੱਜ ਤੱਕ ਮਿਲਿਆ, ਕਿਉਂਕਿ ਜੇ ਸਾਨੂੰ ਕੁਝ ਨਹੀਂ ਮਿਲਿਆ ਤੇ ਹਸਪੀਟਲ ਨੂੰ ਕੀ ਮਿਲਿਆ ਹੋਊਗਾ? ਅਸੀਂ ਤਾਂ ਖੁਦ ਰੋ ਰਹੇ ਹਾਂ ਇਸ ਵਕਤ। ਸਾਨੂੰ ਕੋਈ ਇੰਨਾ ਮਤਲਬ ਕਿ ਸਾਡੇ ਕੋਲ ਡਿਊਟੀਆਂ ਇੰਨੀਆਂ ਹਾਰਡ ਲੈਂਦੇ ਆ ਸਾਨੂੰ ਕੋਈ। ਹੁਣ ਤੀਸਰਾ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਕਿ ਆ ਰਿਹਾ ਵੇਰੀਐਂਟ ਦੂਸਰਾ ਓਮਿਕਰੋਨ, ਉਹ ਵੀ ਕਿੰਨਾ ਡੇਂਜਰਸ ਹੈ, ਉਹਦੇ ਵਿੱਚ ਵੀ ਸਾਨੂੰ ਹੀ ਫਸਾਣਾ ਇਹਨਾਂ ਨੇ ਕਿ ਡਿਊਟੀਆਂ ਕਰੋ। ਤੇ ਫਿਰ ਜੇ ਸਾਨੂੰ ਕੁਝ ਦੇਣਾ ਨਹੀਂ ਤਾਂ ਡਿਊਟੀਆਂ ਕਿਸ ਬਿਹਾਵ ਤੇ ਸਾਡੇ ਤੋਂ ਲੈਂਦੇ ਆ? ਜਿੱਦਾਂ ਤੁਹਾਡੀਆਂ ਆਪਣੀਆਂ ਨਰਸਿੰਗ ਨੂੰ ਲੈ ਕੇ ਮੰਗਾਂ ਹੈਗੀਆਂ, ਚਾਹੇ ਪੇ ਸਕੇਲ ਨੂੰ ਲੈ ਕੇ, ਚਾਹੇ ਡਿਊਟੀ ਨੂੰ ਲੈ ਕੇ। ਫਿਰ ਦੂਸਰਾ ਹੁੰਦਾ ਵੀ ਇੱਕ ਹਸਪੀਟਲ ਵਾਸਤੇ ਤੁਹਾਨੂੰ ਹੈਲਪਿੰਗ ਟੂਲਸ ਚਾਹੀਦੇ ਹੁੰਦੇ, ਜਿਹੜਾ ਕਹਿੰਦਾ ਵੀ ਸਮਾਨ ਚਾਹੀਦਾ ਹੁੰਦਾ, ਕਿ ਉਹਦੇ 'ਚ ਵੀ ਫਰਕ ਹੈਗਾ ਜਾਂ ਉਹ ਮਸ਼ੀਨਾਂ ਜਾਂ ਸਮਾਨ? ਨਹੀਂ, ਉਹਦੇ 'ਚ ਵੀ ਬਹੁਤ ਫਰਕ ਹੈ। ਇੱਕ ਸਟਾਫ ਨਰਸ ਹੈ ਕਿ ਜਿਹੜੇ ਘੱਟ ਟੂਲਸ ਦੇ ਨਾਲ ਵੀ ਆਪਣਾ ਜੁਗਾੜ ਲਾ ਲੈਂਦੀਆਂ ਹੈ, ਹੋਰ ਕਿਸੇ ਨੂੰ ਦੋ ਤਾਂ ਕਦੀ ਨਹੀਂ ਕਰ ਸਕਾਂਗੇ ਅਸੀਂ, ਤਾਂ ਫਿਰ ਵੀ ਆਪਣੇ ਦਿਮਾਗ ਨਾਲ ਜੋੜ ਜਾੜ ਕੇ ਕੁਝ ਕਰ ਲਈਦਾ ਕਿ ਇਹ ਘੱਟ ਸਮਾਨ ਹੈ, ਤੁਹਾਨੂੰ ਕਿੱਦਾਂ ਯੂਜ਼ ਕਰਨਾ, ਕਿੱਦਾਂ ਅਸੀਂ ਉਹਦੇ ਤੋਂ ਕੰਮ ਚਲਾਉਣਾ, ਉਹ ਇੱਕ ਸਟਾਫ ਨਰਸ ਹੀ ਜਾਣਦੀ ਹੈਗੀ ਹੈ, ਕੋਈ ਹੋਰ ਨਹੀਂ ਹੈ। ਬਾਕੀ ਜਗ੍ਹਾ ਤਾਂ ਦੇਖੋ ਡਾਕਟਰਸ ਨੂੰ ਤਾਂ ਸਾਰਾ ਮਿਲਦਾ ਹੀ ਹੋਊਗਾ, ਚਲੋ ਹੋ ਗਏ, ਪਰ ਸਟਾਫ ਨਰਸ ਨੂੰ ਕਦੀ ਵੀ ਕੋਈ ਚੀਜ਼ ਪੂਰੀ ਨਹੀਂ ਮਿਲਦੀ, ਪਰ ਉਹ ਫਿਰ ਵੀ ਥੋੜ੍ਹੇ 'ਚ ਵੀ ਆਪਣਾ ਗੁਜ਼ਾਰਾ ਕਰਦੀ ਹੈ, ਸਾਰਾ ਕੰਮ ਕਰਕੇ ਦਿਖਾ ਦਿੰਦੀ ਹੈ ਉਹ। ਇਹ ਨਰਸਿੰਗ ਸਟਾਫਸ ਜਿਹੜੇ ਕਿ ਲੀਡਰਾਂ ਦੇ ਵਾਰ-ਵਾਰ ਲਾਰੇ ਤੇ ਜਿਹੜੇ ਵਾਰ-ਵਾਰ ਜਿਹੜੇ ਉਹ ਇਹਨਾਂ ਨਾਲ ਵਾਅਦੇ ਕਰਦੇ ਆ ਉੱਤੇ ਪੁਰ ਨਹੀਂ ਚੜ੍ਹਦੇ, ਤੇ ਕਿਸ ਤਰ੍ਹਾਂ ਜਿਹੜਾ ਹੈਲਥ ਸਿਸਟਮ ਉਹ ਡਗਮਗਾਇਆ ਹੋਇਆ ਆ। ਫਿਰ ਵੀ ਇਹ ਹਿੰਮਤੀ ਲੋਕ ਜਿਸ ਤਰ੍ਹਾਂ ਦੱਸ ਰਹੇ ਨੇ ਵੀ ਕਿਸ ਤਰ੍ਹਾਂ ਇਹ ਲੱਗੇ ਹੋਏ ਨੇ, ਇਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਹੈਗੀਆਂ ਨੇ, ਤੇ ਹੋਰ ਵੀ ਇਹਨਾਂ ਸੰਬੰਧਿਤ ਹੈਗੇ। ਹਾਂਜੀ ਭਾਈ ਸਾਹਿਬ, ਕਿੱਦਾਂ ਦੇਖਦੇ ਆ ਜਿਹੜੀਆਂ ਇਹ ਮੰਗਾਂ ਹੈਗੀਆਂ ਨੇ ਸਾਰੀਆਂ? ਸਰ, ਇਹ ਮੇਰੀਆਂ ਭੈਣਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਆ। ਸਰਕਾਰ ਦਾ ਇਹਦੇ ਵਿੱਚ ਕੁਝ ਨਹੀਂ ਲੱਗਦਾ ਜੇ ਸਰਕਾਰ ਸਾਡੀਆਂ ਕੁੜੀਆਂ ਨੂੰ ਨਰਸਿੰਗ ਅਫੀਸਰ ਦਾ ਰੈਂਕ ਦੇ ਦੇਣ। ਸਰਕਾਰ ਨੇ ਕੁਝ ਇਹਦੇ ਵਿੱਚ ਤੇ ਖਰਚਾ ਨਹੀਂ ਕਰਨਾ, ਨਾ ਸਰਕਾਰ ਦਾ ਸਿਰਫ ਨੋਟੀਫਿਕੇਸ਼ਨ ਕਰਨੀ ਹੈ ਸਰਕਾਰ ਨੇ। ਦੂਏ ਨੰਬਰ ਤੇ ਸਰਕਾਰ ਨੇ ਸਾਨੂੰ ਜਦ ਕੋਵਿਡ ਆਇਆ, ਸਰਕਾਰ ਨੇ ਸਾਨੂੰ ਇਨਸੈਂਟਿਵ ਤਾਂ ਕੀ ਦੇਣਾ ਸੀ, ਉਹਦੇ ਵਿੱਚ ਸਰਕਾਰ ਨੇ ਸਾਡੀਆਂ ਪੇਸ ਜਦੋਂ ਸਾਨੂੰ ਲੰਗੜਾ ਜਿਹਾ ਪੇ ਕਮਿਸ਼ਨ ਦੇ ਦਿੱਤਾ, ਉਹਦੇ ਵਿੱਚ ਸਾਡੇ ਇਨਸੈਂਟਿਵ ਥੋੜ੍ਹੇ ਘੱਟ ਦਿੱਤੇ ਗਏ, ਜਦ ਕਿ ਸਾਨੂੰ ਇਨਸੈਂਟਿਵ ਦੇਣਾ ਚਾਹੀਦਾ ਸੀਗਾ। ਅਸੀਂ ਸਾਰਿਆਂ ਤੋਂ ਮੂਹਰੇ ਹੋ ਕੇ ਲੜੇ ਆ, ਅਦਰ ਡਿਪਾਰਟਮੈਂਟ ਤਾਂ ਪਿੱਛੇ ਹੋ ਗਏ ਸਾਰੇ। ਇੱਕ ਹੈਲਥ ਡਿਪਾਰਟਮੈਂਟ ਵਾਲੇ ਸੀਗੇ ਜਿਹੜੇ ਸਾਰਿਆਂ ਤੋਂ ਵੱਧ ਲੜੇ ਆ, ਕਰੋਨਾ ਯੋਧਿਆਂ, ਜਿਨ੍ਹਾਂ ਨੂੰ ਕਰੋਨਾ ਯੋਧਿਆਂ ਦਾ ਰਿੰਕ ਦਿੱਤਾ, ਔਰ ਇਹਨਾਂ ਨੇ ਸਾਨੂੰ ਦਿੱਤਾ ਤਾਂ ਕੀ, ਸਰਕਾਰ ਨੇ ਸਾਡਾ ਮਤਲਬ ਕੋਈ ਬੈਨੀਫਿਟ ਨਹੀਂ ਸਾਨੂੰ ਦਿੱਤਾ। ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ, ਜਿਹੜਾ 6ਵਾਂ ਪੇ ਕਮਿਸ਼ਨ ਦਿੱਤਾ ਉਹਦੀ ਸੋਧ ਕਰਕੇ ਸਾਨੂੰ ਬਣਦੇ ਹੱਕ ਦਿੱਤੇ ਜਾਣ। ਜਿਵੇਂ ਕਿ ਸਾਡੇ ਇਨਸੈਂਟਿਵ ਕੱਟ ਦਿੱਤੇ, ਸਾਡਾ ਵਾਸ਼ਿੰਗ ਲੋਸ ਕੱਟ ਦਿੱਤਾ, ਸਾਡਾ ਹਾਊਸ ਰੈਂਟ ਥੋੜ੍ਹਾ ਕੱਟ ਦਿੱਤਾ, ਉਹ ਦੁਬਾਰਾ ਸਾਨੂੰ ਦਿੱਤਾ ਜਾਵੇ ਜਿੰਨਾ ਪਹਿਲਾਂ ਸੀਗਾ। ਜੇ ਸਾਨੂੰ 10% ਹਾਊਸ ਰੈਂਟ ਸੀਗਾ, ਹੁਣ ਉਹਦਾ 8% ਕਰ ਦਿੱਤਾ। ਵਾਸ਼ਿੰਗ ਲੋਨ ਸਾਡਾ ਵਰਦੀ, ਇਹਨਾਂ ਕੁੜੀਆਂ ਦੀ ਵਰਦੀ ਲੋਨ ਸੀਗਾ ਉਹ ਕੱਟ ਦਿੱਤਾ, ਡਾਈਟ ਲੋਨ ਸੀਗਾ ਉਹ ਕੱਟ ਦਿੱਤਾ। ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਜੇ ਸਾਨੂੰ ਕੁਝ ਕੋਲੋਂ ਨਹੀਂ ਦੇ ਸਕਦੇ, ਘੱਟ ਤੇ ਘੱਟ ਜਿਹੜਾ ਸਾਡਾ ਪਹਿਲਾ ਲਾਗੂ ਆ ਉਹਨੂੰ ਤਾਂ ਨਾ ਕੱਟੋ, ਠੀਕ ਹੈ ਜੀ। ਇਸ ਕਰਕੇ ਬੇਨਤੀ ਆ ਸਰਕਾਰ ਨੂੰ, ਸਰਕਾਰ ਆਪਾਂ ਬਣਾਉਂਦੇ ਆ ਵੀ ਸਾਨੂੰ ਕੋਈ ਬੈਨੀਫਿਟ ਹੋਊਗਾ, ਪਰ ਸਰਕਾਰ ਲਾਰਿਆਂ ਤੇ ਸਵਾ ਕੁਝ ਨਹੀਂ ਦੇ ਰਹੀ। ਜੇ ਆਪਾਂ ਦੇਖੀਏ, ਤੁਸੀਂ ਕਹਿ ਰਹੇ ਹੋ ਵੀ ਸਰਕਾਰ ਜਿਹੜੇ ਵਾਅਦੇ ਸਾਡੇ ਨਾਲ ਕਰੇ ਜਾਂਦੇ ਨਵੇਂ ਦੇਣ ਦੀ, ਪਰ ਉਲਟਾ ਸਾਡੇ ਤੋਂ ਜਿਹੜੇ ਪਹਿਲੇ ਵੀ ਤੁਹਾਨੂੰ ਕੁਝ ਦਿੱਤਾ ਜਾਂਦਾ ਆ ਉਹ ਵੀ ਖੋਲਿਆ ਜਾਂਦਾ, ਚਾਹੇ ਉਹ ਹਾਊਸਿੰਗ ਕਹਿ ਰਹੇ ਆ, ਤੁਸੀਂ ਵਾਸ਼ਿੰਗ ਕਹਿ ਰਹੇ ਆ। ਤਾਂ ਜਿੱਦਾਂ ਤੋਂ ਇੱਕ ਤੁਸੀਂ ਹੋਰ ਵੀ ਗੱਲ ਕਹੀ ਵੀ ਸਾਨੂੰ ਜਿਹੜਾ ਕਰੋਨਾ ਵਾਇਰਸ ਕਹਿ ਦਿੱਤਾ ਗਿਆ, ਯੋਧੇ ਕਹਿ ਦਿੱਤਾ ਗਿਆ, ਉਹ ਸਿਰਫ ਕਿਹਾ ਹੀ ਗਿਆ ਜਾਂ ਕੋਈ ਸਰਟੀਫਿਕੇਟ ਜਾਂ ਕੋਈ? ਸਰ ਕੁਝ ਨਹੀਂ ਦਿੱਤਾ ਸਾਨੂੰ, ਸਰਟੀਫਿਕੇਟ ਤਾਂ ਕੀ ਦੇਣਾ ਸੀ, ਠੀਕ ਹੈ ਜੀ। ਸਾਨੂੰ ਤਾਂ ਸਰਕਾਰ ਨੇ ਕੁਝ ਦਿੱਤਾ ਹੀ ਨਹੀਂ। ਇੱਕ ਕਰੋਨਾ ਯੋਧਾ ਦਾ ਰਿੰਕ ਦਿੱਤਾ ਵੀ ਲਵੇ ਤੁਸੀਂ ਮਿਸ਼ਨ ਫਤਿਹ ਕਰ ਲਿਆ, ਤੁਸੀਂ ਕਰੋਨਾ ਯੋਧੇ ਹੋ, ਦਿੱਤਾ ਸਰਕਾਰ ਨੇ ਕੁਝ ਨਹੀਂ। ਇਨਸੈਂਟਿਵ ਤਾਂ ਕੀ ਦੇਣੇ ਤੁਹਾਨੂੰ ਦੱਸੀ ਜਾਂਦੇ, ਸਾਨੂੰ ਪੇ ਕਮਿਸ਼ਨ ਲੰਗੜਾ ਦੇ ਦਿੱਤਾ, ਉਹਦੇ ਵੀ ਸਾਡੇ ਭੱਤੇ ਘੱਟ ਦਿੱਤੇ, ਠੀਕ ਹੈ ਜੀ। ਸਰਕਾਰ ਨੇ ਸਾਨੂੰ ਦੇਣਾ ਤਾਂ ਕੀ ਸੀਗਾ ਵੀ ਲਵੇ ਤੁਹਾਨੂੰ ਆਹ ਅਸੀਂ ਇਨਸੈਂਟਿਵ ਦਿੰਦੇ, ਤੁਸੀਂ ਬਹੁਤ ਫਰੰਟ ਲਾਈਨ ਤੇ ਹੋ ਕੇ ਕੰਮ ਕੀਤਾ, ਸਾਨੂੰ ਦਿੱਤਾ ਨਹੀਂ ਸਰਕਾਰ ਨੇ ਕੁਝ ਵੀ। ਸਾਨੂੰ ਸਰਕਾਰ ਨੇ ਉਲਟਾ ਸਾਡੇ ਜਦੋਂ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਉਹਦੇ ਵਿੱਚ ਸਾਡੇ ਇਨਸੈਂਟਿਵ ਕੱਟ ਦਿੱਤੇ ਗਏ ਸਰਕਾਰ। ਕੀ ਸਰਕਾਰ ਨੂੰ ਕੀ ਲੱਗਿਆ ਵੀ ਤੁਸੀਂ ਜ਼ਿਆਦਾ ਲੈ ਰਹੇ ਆ ਤਾਂ ਕੱਟ ਦਿੱਤਾ ਜਾਂ ਇਹਦੇ ਵਿੱਚ? ਇਹ ਤਾਂ ਹੁਣ ਸਰਕਾਰ ਦੇਖ ਸਕਦੀ ਨਾ ਵੀ ਅਸੀਂ ਜ਼ਿਆਦਾ ਲੈ ਰਹੇ ਹਾਂ, ਕੀ ਕਰ ਰਹੇ ਹਾਂ ਜੀ। ਨਹੀਂ, ਕੀ ਦੇਖਿਆ ਹੋਵੇਗਾ ਉਹਨਾਂ ਨੇ ਤਾਂ ਹੀ? ਹਾਂ ਸਰ, ਇਹ ਹੁਣ ਉਹੀ ਤਾਂ ਗੱਲ ਹੈ ਨਾ, ਤੁਹਾਨੂੰ ਦੱਸਿਆ ਹਾਊਸ ਰੈਂਟ ਜਿਹੜਾ ਸੀਗਾ ਉਹ 10% ਲੈ ਰਹੇ ਸੀ ਅਸੀਂ, ਠੀਕ ਆ ਜੀ। ਉਹ ਸਾਨੂੰ ਹਾਊਸ ਰੈਂਟ ਹੁਣ 8% ਨਵੇਂ ਸਕੇਲ 'ਚ ਦੇ ਦਿੱਤਾ, ਤੇ ਵਾਸ਼ਿੰਗ ਲੋਨ ਸੀਗਾ ਵਰਦੀ ਲੋਨ ਉਹ ਕੱਟ ਦਿੱਤਾ, ਠੀਕ ਹੈ ਜੀ। ਵਾਸ਼ਿੰਗ ਲੋਨ ਸੀਗਾ ਉਹ ਕੱਟ ਦਿੱਤਾ, ਡਾਈਟ ਲੋਨ ਉਹ ਕੱਟ ਦਿੱਤਾ। ਇਸ ਕਰਕੇ ਸਰਕਾਰ ਨੇ ਸਾਨੂੰ ਦੇਣਾ ਤਾਂ ਕੀ ਸੀ, ਤੁਹਾਨੂੰ ਦੱਸਿਆ ਵੀ ਸਾਡਾ ਸਭ ਕੁਝ ਕੱਟ ਲਿਆ ਸਰਕਾਰ ਨੇ। ਹੁਣ ਤੁਸੀਂ ਕਹਿਣਾ ਕੀ ਚਾਹੁੰਦੇ ਆ ਸਰਕਾਰ ਨੂੰ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਘੱਟ ਦੇ ਘੱਟ ਜੇ ਸਾਨੂੰ ਤੁਸੀਂ ਦੇ ਨਹੀਂ ਸਕਦੇ ਤਾਂ ਸਾਡਾ ਤੁਸੀਂ ਪਹਿਲਾਂ ਤਾਂ ਲਾਗੂ ਰੱਖੋ ਨਾ, ਤੁਸੀਂ ਜਿਹੜਾ ਕੱਟ ਤਾ ਉਹਨੂੰ ਲਾਗੂ ਕਰ ਦਿਓ, ਤੇ ਜਿਹੜਾ ਪੇ ਕਮਿਸ਼ਨ 6 ਆਇਆ ਉਹਨੂੰ ਤੁਸੀਂ ਸੋਧ ਕੇ ਸਾਡੀ ਤਨਖਾਹ ਫਿਕਸ ਕਰ ਦਿਓ। ਤੁਸੀਂ
ਕਦੀ 2.33 ਕਦੀ 2.59 ਕਦੀ 2.70 ਇਹ ਜਿਹੜੇ ਅਲਾਰੇ ਉਹ ਕਰੋ। ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ, ਜਿੱਦਾਂ ਹੁਣ ਸਰਕਾਰ ਨੇ ਕਹਿਤਾ ਵੀ 36000 ਅਸੀਂ ਕੱਚਾ ਮੁਲਾਜ਼ਮ ਪੱਕਾ ਕਰਨਾ ਹੈ। ਸਾਨੂੰ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਉਹ ਜਿਹੜੇ ਮੁਲਾਜ਼ਮ ਆ ਸਾਡੇ ਹੈਲਥ ਡਿਪਾਰਟਮੈਂਟ ਦੇ, ਖਾਸ ਕਰਕੇ ਸਾਡੀਆਂ ਸਟਾਫ ਨਰਸਿਸ ਭੈਣਾਂ, ਸਾਡੇ ਕਲਰਕ, ਸਾਡੇ ਦਰਜਾ 4, ਠੀਕ ਆ ਜੀ, ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜੇ ਵਿਚਾਰੇ ਸਟ੍ਰਾਈਕ ਤੇ ਬੈਠੇ ਆ। ਉਹ ਮੈਂ ਇਹ ਬੇਨਤੀ ਆ ਸਰਕਾਰ ਨੂੰ, ਕਿਉਂਕਿ ਸੇਮ ਵਰਕ ਸੇਮ ਪੇ, ਠੀਕ ਆ ਜੀ। ਜੇ ਇਹ ਮੇਰੀਆਂ ਭੈਣਾਂ ਸਰਕਾਰ ਤੋਂ ਰੈਗੂਲਰ ਤਨਖਾਹ ਲੈ ਰਹੀਆਂ, ਕੈਨਰ ਚੰਮ ਵਾਲੇ ਮੇਰੇ ਭੈਣ, ਉਹ ਵਿਚਾਰੀ 11000 ਤੇ ਕੰਮ ਕਰਦੀ ਆ, ਉਹ ਵੀ ਤਾਂ ਇਸੇ ਸਾਡੀ ਕੁੜੀ ਨਾਲ ਕੰਮ ਕਰ ਰਹੀ ਨਾ, ਉਹਨੂੰ 11000 ਕਿਉਂ ਦਿੱਤਾ ਜਾ ਰਿਹਾ? ਇਸ ਕਰਕੇ ਸਰਕਾਰ ਇਹ ਜਿਹੜਾ ਵਿਤਕਰਾ ਕਰਦੀ ਆ, ਇਹ ਸਰਕਾਰ ਵਿਤਕਰੇ ਨੂੰ ਦੂਰ ਕਰਕੇ ਜਲਦੀ ਤੋਂ ਜਲਦੀ ਰੈਗੂਲਰ ਮੁਲਾਜ਼ਮਾਂ ਨੂੰ ਭਰਤੀ ਕੀਤਾ ਜਾਵੇ। ਉਹ ਜਿਹੜੇ ਕੱਚੇ ਮੁਲਾਜ਼ਮ ਸਾਡੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਜੀ। ਤੇ ਇਹ ਕਿਸ ਤਰ੍ਹਾਂ ਤੁਸੀਂ ਦੇਖਿਆ ਵੀ ਸਰਕਾਰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਕਿਸ ਤਰ੍ਹਾਂ ਉਹ ਖਿਲਵਾੜ ਕਰਦੀ ਪਈ ਆ, ਕਿਸ ਤਰ੍ਹਾਂ ਇਹਨਾਂ ਨੂੰ ਵਾਅਦੇ ਕੀਤੇ ਜਾਂਦੇ ਆ, ਕਰੋਨਾ ਯੋਧਿਆਂ ਦੇ ਇਹਨਾਂ ਨੂੰ ਖਿਤਾਬ ਦਿੱਤੇ ਜਾਂਦੇ ਆ, ਪਰ ਇਹਨਾਂ ਦੇ ਉਲਟੇ ਕੁਛ ਇਹਨਾਂ ਨੂੰ ਲਾਭ ਦੇਣ ਦੀ ਬਜਾਏ ਜਿਹੜਾ ਉਹ ਉਲਟਾ ਖੋਲ੍ਹਿਆ ਜਾਂਦਾ। ਤੇ ਆਪਾਂ ਜੇ ਹੁਣ ਦੇਖ ਲਈਏ ਅਖੀਰ ਦੇ ਵਿੱਚ ਵੀ ਆਪਾਂ ਹੁਣ ਜਿਹੜਾ ਤੁਹਾਡਾ ਐਕਸ਼ਨ ਕੀ ਹੋਏਗਾ ਤੇ ਇਹਦਾ ਐਕਸ਼ਨ ਦਾ ਪ੍ਰਭਾਵ ਕਿੰਨਾ ਕੁ ਹੋਏਗਾ? ਦੇਖੋ ਫਿਲਹਾਲ ਤਾਂ ਸਾਡੀ ਇਹੀ ਹੈ, ਜੋ ਵੀ ਸਾਡੇ ਜਿਹੜੇ ਆ ਸਟੇਟ ਦੇ ਜਿਹੜੇ ਸਾਡੇ ਲੀਡਰਸ ਆ ਉਹਨਾਂ ਵੱਲੋਂ ਸਾਨੂੰ ਇਹੀ ਜਿਹੜੀ ਹਦਾਇਤ ਕੀਤੀ ਗਈ ਆ ਕਿ ਅਸੀਂ ਜਿਹੜੀ ਇਹ ਸਟ੍ਰਾਈਕ ਆ ਉਹ ਅਣਮਿੱਥੇ ਸਮੇਂ ਲਈ ਜਾਰੀ ਰੱਖਾਂਗੇ, ਜਦੋਂ ਤੱਕ ਜਿਹੜਾ ਆ ਕੋਡ ਆਫ ਕੰਡਕਟ ਜਿਹੜਾ ਸਰਕਾਰ ਵੱਲੋਂ ਨਹੀਂ ਅਨਾਉਂਸ ਹੋ ਰਿਹਾ। ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਮੇਰੀ ਇਹੀ ਅਪੀਲ ਆ, ਸਾਡੇ ਜਿਹੜੇ ਨਰਸਿੰਗ ਦੇ ਕੇਡਰ ਦੇ ਜਿਹੜੇ ਮੈਂਬਰ ਆ ਜਿੰਨੇ ਵੀ, ਕਿ ਆਪਾਂ ਇਸ ਸਟ੍ਰਾਈਕ ਨੂੰ ਇਸੇ ਤਰ੍ਹਾਂ ਹੀ ਜਿਹੜਾ ਚਾਲੂ ਰੱਖਣਾ ਆ ਜਦੋਂ ਤੱਕ ਸਾਨੂੰ ਉੱਪਰੋਂ ਕੋਈ ਹੋਰ ਆਰਡਰ ਨਹੀਂ ਆ ਜਾਂਦੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਸਟ੍ਰਾਈਕ ਇਸ ਤਰ੍ਹਾਂ ਕੀਤੀ ਸੀਗੀ, ਸਰਕਾਰ ਨੇ ਤੁਹਾਡੀ ਸੁਣੀ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜਾ ਮਰੀਜ਼ਾਂ ਲਈ ਵੀ ਵੈਸੇ ਤੁਸੀਂ ਕਰਦੇ ਪਏ, ਕੀ ਸਟ੍ਰਾਈਕ ਦਾ ਕੋਈ ਇਸ ਤਰ੍ਹਾਂ ਦਾ ਹੋਰ ਢੰਗ ਨਹੀਂ ਅਪਣਾਇਆ ਜਾ ਸਕਦਾ ਵੀ ਲੋਕਾਂ ਨੂੰ ਵੀ ਸਮੱਸਿਆ ਨਾ ਆਵੇ, ਤਾਂ ਤੁਹਾਡੀ ਵੀ ਜਿਹੜੀ ਆਵਾਜ਼ ਹੈ ਵਧੀਆ ਢੰਗ ਨਾਲ ਜਿਹੜੀ ਚੱਕੀ ਜਾ ਸਕੇ? ਇੱਕ ਮਿੰਟ ਤੁਹਾਨੂੰ ਮੈਂ ਦੱਸਦੀ ਹਾਂ। ਜਦੋਂ ਅਸੀਂ ਪਹਿਲੇ ਕੀਤੀ ਸੀ ਉਦੋਂ ਸਾਡਾ ਅੱਧਾ ਸਟਾਫ ਸੀਗਾ ਡਿਊਟੀ ਤੇ ਉਹ ਸੇਵਾਵਾਂ ਚੱਲ ਰਹੀਆਂ ਸੀ, ਜਾਰੀ ਸੀਗੀਆਂ। ਹੁਣ ਉਹ ਸਾਡੇ ਤੋਂ ਉਹਨਾਂ ਨੂੰ ਤਾਂ ਮੇਰੇ ਖਿਆਲ 20-22 ਦਿਨ ਹੋ ਗਏ ਸਟ੍ਰਾਈਕ ਤੇ, ਉਸ ਤੋਂ ਬਾਅਦ ਅਸੀਂ ਆਪਣੀਆਂ ਚਾਲੂ ਰੱਖੀਆਂ। ਫਿਰ ਜਦ ਕੋਈ ਸੁਣਵਾਈ ਨਹੀਂ ਹੁੰਦੀ ਵੀ ਤੇ ਅਸੀਂ ਚਾਲੂ ਵੀ ਰੱਖਾਂਗੇ, ਸੁਣਵਾਈ ਫਿਰ ਵੀ ਨਹੀਂ ਹੋਈ, ਤੇ ਫਿਰ ਹੁਣ ਇਸ ਤੋਂ ਵਧੀਆ ਨਹੀਂ ਕਿ ਹੁਣ ਬੰਦ ਕਰਕੇ ਸ਼ਾਇਦ ਦੇਖਦੇ ਹੁਣ ਕੀ ਕਰਦੇ ਆ, ਤੇ ਬੰਦ ਕਰਨਾ ਸਾਨੂੰ ਜ਼ਿਆਦਾ ਬੈਟਰ ਲੱਗੇਗਾ ਹੁਣ, ਕਿਉਂਕਿ ਸਾਡੀ ਸੁਣਵਾਈ ਹੋਈ ਨਹੀਂ ਹੈਗੀ। ਹੁਣ ਚਾਹੇ ਜੋ ਮਰਜ਼ੀ ਸੰਘਰਸ਼ ਸਾਡਾ ਜਾਰੀ ਰਹਿਣਾ, ਹੁਣ ਅਸੀਂ ਨਹੀਂ ਹੁਣ ਕੁਝ ਵੀ ਕਰਨਾ, ਜੋ ਮਰਜ਼ੀ ਉਹ ਕਰਨਾ ਚਾਹਣ, ਸਾਨੂੰ ਜੋ ਮਰਜ਼ੀ ਧਮਕੀਆਂ ਦੇਣ, ਪਰ ਹੁਣ ਅਸੀਂ ਆਪਣੀ ਸਟ੍ਰਾਈਕ ਜਾਰੀ ਰੱਖਣੀ ਹੈ ਕਿਉਂਕਿ ਸਾਨੂੰ ਕੁਝ ਹਾਸਿਲ ਨਹੀਂ ਹੋਇਆ ਇਸ ਵਕਤ। ਹੁਣ ਇਹ ਸਨ ਸਾਡੇ ਨਾਲ ਨਰਸਿੰਗ ਜਿਹੜੀ ਯੂਨੀਅਨ ਦੇ ਸਟਾਫ ਮੈਂਬਰ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਦੇ, ਜਿੱਥੇ ਕਿ ਇਹਨਾਂ ਨੇ ਅੱਜ ਦੁਬਾਰਾ ਤੋਂ ਜਿਹੜੀ ਉਹ ਸਟ੍ਰਾਈਕ ਹੈ ਸ਼ੁਰੂ ਕੀਤੀ ਹੈ। ਇਹਨਾਂ ਦੀਆਂ ਮੰਗਾਂ ਨੇ ਜਾਇਜ਼ ਮੰਗਾਂ ਹੈ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਹੈ ਵੀ ਕਿਸ ਤਰ੍ਹਾਂ ਇਹਨਾਂ ਨੇ ਕਿਹੜੇ ਸਮੇਂ ਦੇ ਵਿੱਚ, ਚਾਹੇ ਉਹ ਕਰੋਨਾ ਕਾਲ ਹੋਵੇ ਜਾਂ ਜਿਹੜੇ ਗੰਭੀਰ ਪੇਸ਼ੈਂਟ ਹੁੰਦੇ ਆ ਉਹਨਾਂ ਲਈ ਵੀ ਕੰਮ ਕੀਤਾ। ਤੇ ਇੱਕ ਗੱਲ ਇੱਥੇ ਹੋਰ ਦੱਸਣੀ ਵੀ ਜ਼ਰੂਰੀ ਹੈ ਵੀ ਇਹਨਾਂ ਦੀ ਮਿਹਨਤ ਦੇ ਉੱਤੇ ਹੀ ਇਹ ਹਸਪੀਟਲ ਬਹੁਤ ਵਾਰ ਜਿਹੜੇ ਆ ਵਧੀਆ ਹਸਪੀਟਲਾਂ ਦੇ ਵਿੱਚ ਜਿਹੜਾ ਗਿਣਿਆ ਜਾਂਦਾ ਹੈ ਤੇ ਇਹਨੂੰ ਬਹੁਤ ਸਾਰੇ ਇਨਾਮ ਵੀ ਮਿਲੇ ਆ। ਤੇ ਇਸੇ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸਰਕਾਰ ਨੂੰ ਚਾਹੀਦਾ ਵੀ ਸਿਰਫ ਵਾਅਦੇ ਹੀ ਨਹੀਂ, ਆਪਣੇ ਇਰਾਦੇ ਵੀ ਜਾਇਜ਼ ਕਰਕੇ, ਕਿਉਂਕਿ ਇਹਨਾਂ ਦੀਆਂ ਜਿਹੜਾ ਕਿਸੇ ਵੀ ਦੇਸ਼ ਦਾ, ਕਿਸੇ ਵੀ ਖਿੱਤੇ ਦਾ ਜਿਹੜਾ ਹੈਲਥ ਸਿਸਟਮ ਹੈ ਉਸ ਸੁਧਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਉਹਦਾ ਸੁਧਾਰ ਹੋਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਉਹਦੇ ਉੱਤੇ ਹੀ ਉਸ ਦੇਸ਼ ਦੀ ਉਸ ਖਿੱਤੇ ਦੀ ਜਿਹੜੀ ਹੈ ਤੰਦਰੁਸਤੀ ਅਤੇ ਤਰੱਕੀ ਜਿਹੜੀ ਟਿਕੀ ਹੁੰਦੀ ਹੈ। ਤੇ ਸਰਕਾਰ ਨੂੰ ਇਸ ਵੱਲ ਜਿਹੜਾ ਸੁਹਿਰਦ ਹੋ ਕੇ ਧਿਆਨ ਦੇਣ ਦੀ ਲੋੜ ਹੈ। ਤੇ ਹੁਣ ਇਹ ਦੇਖਣਾ ਹੋਏਗਾ ਵੀ ਇਹਨਾਂ ਨੇ ਜਦੋਂ ਹੁਣ ਦੁਬਾਰਾ ਕੀਤੀ ਹੈ ਕਿ ਸਰਕਾਰ ਇਹਨਾਂ ਦੀ ਮੰਗਾਂ ਨੂੰ ਛੇਤੀ ਮੰਨ ਕੇ ਜਿਹੜੇ ਲੋਕਾਂ ਨੂੰ ਸਹੂਲਤ ਦੇ ਪਾਉਂਦੀ ਹੈ, ਮਰੀਜ਼ਾਂ ਨੂੰ ਜਿਹੜਾ ਕੁਛ ਰਾਹਤ ਮਿਲਦੀ ਹੈ, ਜਾਂ ਸਰਕਾਰ ਅਵੇਸਲੀ ਹੋ ਕੇ ਇਸੇ ਤਰ੍ਹਾਂ ਹੀ ਲਾਰੇ ਤੇ ਲਾਰੇ ਲਾਉਂਦੇ ਰਹੇਗੇ, ਸਿਰਫ ਵਾਅਦੇ ਹੀ ਕਰਦੇ ਰਹੇ, ਕਾਗਜ਼ੀ ਕਾਰਵਾਈਆਂ ਹੀ ਕਰਦੀ ਰਹੇਗੀ। ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭਉ ਟੀਵੀ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅਮਰਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਹੋਣ।